ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੂਡੇ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪੰਜਾਬ ਟੂਡੇ ਦੇ ਵਿਸ਼ੇਸ਼ ਪ੍ਰੋਗਰਾਮ ਅੱਜ ਦੇ ਪੰਜਾਬ ਦੇ ਵਿੱਚ ਅੱਜ ਅਸੀਂ ਡਿਸਕਸ ਕਰਾਂਗੇ ਪੰਜਾਬ ਦੇ ਆਰਥਿਕ ਹਾਲਾਤ ਕਿ ਵਿਸ਼ਵ ਭਰ ਦੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਦੇ ਨਾਲ ਪੰਜਾਬ ਦੀ ਆਰਥਿਕ ਅਤੇ ਆਮ ਜਨਤਾ ਦੇ ਉੱਤੇ ਮਹਿੰਗਾਈ ਅਤੇ ਹੋਰ ਚੀਜ਼ਾਂ ਦਾ ਕੀ ਇਫੈਕਟ ਪੈਣ ਵਾਲਾ ਹੈ। ਨਵੇਂ ਪੰਜਾਬ ਦੇ ਵਿੱਚ ਆਉਣ ਵਾਲੇ ਚੈਲੰਜਸ ਅਤੇ ਪੰਜਾਬ ਦੇ ਸਿਰ ਤੇ ਚੜਿਆ ਕਰਜ਼ਾ ਦਾ ਕੀ ਕਾਰਨ ਹੈ, ਅਗਲੇ ਕੀ ਚੈਲੰਜਸ ਨੇ, ਇਸ ਚੀਜ਼ ਦੇ ਉੱਪਰ ਸਾਡੇ ਨਾਲ ਡਿਸਕਸ ਕਰਨ ਦੇ ਲਈ ਮੌਜੂਦ ਨੇ ਡਾਕਟਰ ਰਾਜੀਵ ਖੋਸਲਾ ਜੋ ਇਕਨੋਮਿਸਟ ਨੇ। ਸਤਿ ਸ਼੍ਰੀ ਅਕਾਲ ਜੀ ਡਾਕਟਰ ਰਾਜੀਵ ਜੀ, ਬਹੁਤ ਬਹੁਤ ਸਵਾਗਤ ਹੈ ਜੀ ਪੰਜਾਬ ਟੂਡੇ ਦੇ ਵਿੱਚ। ਮਿਹਰਬਾਨੀ ਜੀ। ਕੀ ਲੱਗਦਾ ਜੀ ਕਿ ਪੰਜਾਬ ਦੇ ਉੱਤੇ ਜਿਹੜਾ ਅੱਜ ਲਗਭਗ 3 ਲੱਖ ਕਰੋੜ ਦਾ ਕਰਜ਼ਾ ਜੋ ਪੰਜਾਬ ਦੀ ਲਗਭਗ GSDP ਦਾ 53% ਬਣਦਾ ਹੈ, ਕੀ ਕਾਰਨ ਨੇ ਹਾਲੇ ਤੱਕ ਜੋ ਪੰਜਾਬ ਦੇ ਉੱਤੇ ਕਰਜ਼ਾ ਇੰਨਾ ਵੱਧ ਗਿਆ, ਜੋ ਹਾਲਾਤ ਇਸ ਕਦਰ ਤੱਕ ਹੋ ਗਏ? ਦੇਖੋ ਜੀ, ਇਹ ਕਰਜ਼ਾ ਕੋਈ ਇੱਕ ਦਿਨ ਦੇ ਵਿੱਚ, ਇੱਕ ਦਿਹਾੜੀ ਦੇ ਵਿੱਚ, ਇੱਕ ਮਹੀਨੇ ਦੇ ਵਿੱਚ ਨਹੀਂ ਚੜ੍ਹਿਆ ਜੀ। ਇਹ ਜਿਹੜਾ ਪੰਜਾਬ ਦੇ ਉੱਤੇ ਕਰਜ਼ਾ ਚੜ੍ਹਿਆ, ਇਹਦੇ ਵਾਸਤੇ ਜੇ ਅਸੀਂ ਇਹਦਾ ਵਿਸ਼ਲੇਸ਼ਣ ਕਰਦੇ ਹਾਂ, ਇਹਨੂੰ ਐਨਾਲਾਈਜ਼ ਕਰਦੇ ਹਾਂ, ਤਾਂ ਸਾਨੂੰ ਥੋੜ੍ਹਾ ਇਹਦਾ ਪਿਛੋਕੜ ਜਿਹੜਾ ਹੈਗਾ ਹਿਸਟਰੀ ਦੇ ਵਿੱਚ ਝਾਤੀ ਮਾਰਨੀ ਪਏਗੀ ਜੀ। ਆਪਾਂ ਗੱਲ ਕਰਦੇ ਹਾਂ ਜੀ ਤਕਰੀਬਨ ਜਦੋਂ ਵਾਜਪਾਈ ਸਾਹਿਬ ਦੀ ਸਰਕਾਰ ਸੀ 2003 ਦੀ, ਜਦੋਂ 2000 ਸ਼ੁਰੂ ਹੋਇਆ ਸੀ ਇਹ 2000 ਤੋਂ 2010 ਵਾਲਾ ਦਸ਼ਕ ਜੀ। ਉਸ ਵੇਲੇ ਕੀ ਹੋਇਆ ਵੀ ਸਰਕਾਰ ਨੇ, ਜਿਹੜੀ ਵਾਜਪਾਈ ਸਰਕਾਰ ਸੀ, ਉਹਨਾਂ ਨੇ ਹਿਮਾਚਲ ਨੂੰ ਤੇ ਜਿਹੜੀ ਹਿਲ ਸਟੇਟ ਨਾਲ ਦੀ ਸਾਡੇ ਉੱਤਰਾਂਚਲ ਪੈਂਦੀ ਹੈ ਜੀ, ਇਹਨਾਂ ਨੂੰ ਉਹਨਾਂ ਨੇ ਇੰਡਸਟਰੀਜ਼ ਨੂੰ ਉੱਥੇ ਪ੍ਰੋਪਾਗੇਟ ਕਰਨ ਦੇ ਲਈ, ਇੰਡਸਟਰੀਜ਼ ਨੂੰ ਉੱਥੇ ਇਸਟੈਬਲਿਸ਼ ਕਰਨ ਦੇ ਲਈ ਜੀ, ਉਹਨਾਂ ਨੇ ਕਿਹਾ ਵੀ ਕਈ ਤਰੀਕੇ ਦੀ ਅਸੀਂ ਸੋਪਸ ਦੇਵਾਂਗੇ, ਸਬਸਿਡੀਜ਼ ਦੇਵਾਂਗੇ, ਜਿਨ੍ਹਾਂ ਦੇ ਵਿੱਚੋਂ ਪ੍ਰਮੁੱਖ ਤੌਰ 'ਤੇ ਉਸ ਵੇਲੇ ਦਿੱਤੀ ਗਈ 10 ਸਾਲ ਦਾ ਟੈਕਸ ਹੌਲੀਡੇ। ਜੀ। ਉਹਦੇ ਨਾਲ ਕੀ ਹੋਇਆ ਵੀ ਪੰਜਾਬ ਦੇ ਵਿੱਚੋਂ ਜਿਹੜੀ ਇੰਡਸਟਰੀ ਸੀ ਉਹ ਇੱਥੋਂ ਦੀ ਉਖੜ ਕੇ ਉਹਨਾਂ ਸਟੇਟਸ ਵੱਲ ਨੂੰ ਚਲੇ ਗਈ। ਜਦੋਂ ਅਸੀਂ ਡਾਟਾ ਦੇ ਵੱਲ ਨੂੰ ਦੇਖਦੇ ਹਾਂ ਤਾਂ ਅੰਕੜੇ ਦੱਸਦੇ ਨੇ ਕਿ ਇਹ ਜਿਹੜੀ ਇੰਡਸਟਰੀਜ਼ ਨੇ ਪੰਜਾਬ ਦੇ ਵਿੱਚ ਉਸ ਵੇਲੇ 629 ਇੰਡਸਟਰੀਜ਼ ਐਗਜ਼ਿਸਟ ਕਰ ਰਹੀਆਂ ਸੀ 2003 ਦੇ ਵਿੱਚ। ਮੇਜਰ ਵੱਡੀਆਂ ਇੰਡਸਟਰੀਜ਼। ਉਹ ਇੰਡਸਟਰੀਜ਼ ਜਿਹੜੀਆਂ ਨੇ ਉੱਥੋਂ ਦੀ 3 ਸਾਲ ਦੇ ਅੰਦਰ 350 ਸਵਾ 300 ਦੀ ਰੇਂਜ ਦੇ ਵਿੱਚ ਆ ਗਈਆਂ ਜੀ। ਇੰਡਸਟਰੀ ਇੱਕ ਇੱਦਾਂ ਦਾ ਸੋਰਸ ਹੈ ਜਿੱਥੋਂ ਸਟੇਟਸ ਜਿਹੜੀਆਂ ਨੇ ਆਪਣਾ ਰੈਵਨਿਊ ਜਨਰੇਟ ਕਰਦੀਆਂ ਨੇ। ਇਹਦੇ ਨਾਲ ਹੀ ਜਿਹੜੀਆਂ ਛੋਟੀਆਂ ਸਨਅਤਾਂ ਸੀ, ਛੋਟੀ ਇੰਡਸਟਰੀ ਸੀ, ਉਹ ਵੀ ਤਕਰੀਬਨ 2,10,000 ਤੋਂ ਉਹ ਇੰਡਸਟਰੀ ਵੀ ਅਪਰੂਟ ਹੋ ਕੇ ਪੰਜਾਬ 'ਚੋਂ 1,90,000 ਰਹਿ ਗਈਆਂ ਜੀ। ਹੁਣ ਇਹ ਦੋਨੋਂ ਪਾਸਿਓਂ ਦੇਖੋ, ਐਗਰੀਕਲਚਰ ਸਾਡਾ ਪੰਜਾਬ ਦਾ 66 ਤੋਂ ਲੈ ਕੇ ਗ੍ਰੀਨ ਰੈਵੋਲੂਸ਼ਨ ਤੋਂ ਅਸੀਂ ਜਦੋਂ ਦੇਖਦੇ ਹਾਂ ਤਾਂ ਐਗਰੀਕਲਚਰ ਜਿਹੜਾ ਸੀ, ਇਟ ਸ਼ੁੱਡ ਹੈਵ ਗਿਵਨ ਪ੍ਰੈਸੀਡੈਂਸ ਟੂ ਦ ਇੰਡਸਟਰੀਜ਼ ਜੀ। ਐਗਰੀਕਲਚਰ ਤੋਂ ਬਾਅਦ ਜਦੋਂ ਸਾਡਾ ਡਿਵੈਲਪ ਹੋ ਗਿਆ ਐਗਰੀਕਲਚਰ, ਅਸੀਂ ਫੂਡ ਬਾਉਲ ਬਣ ਗਏ, ਫੂਡ ਗ੍ਰੈਂਡਰੀ ਬਣ ਗਏ ਹਿੰਦੁਸਤਾਨ ਦੀ। ਨੈਕਸਟ ਜਿਹੜਾ ਲੋੜ ਸੀਗੀ ਇਸਟੈਬਲਿਸ਼ ਕਰਨ ਦੀ ਇੰਡਸਟਰੀਜ਼ ਦੀ ਸੀ ਜੀ। ਅਸੀਂ ਉੱਥੇ ਕਿਤੇ ਨਾ ਕਿਤੇ ਮਾਰ ਖਾ ਗਏ। ਉੱਥੋਂ ਕੀ ਹੋਇਆ, ਇੱਕ ਪਾਸੇ ਤਾਂ ਇੰਡਸਟਰੀ ਜਾਣੀ ਸ਼ੁਰੂ ਹੋ ਗਈ, ਸਰਕਾਰ ਦੇ ਕੋਲ ਮਾਲੀਆ ਆਉਣਾ ਘਟ ਗਿਆ, ਰੈਵਨਿਊ ਜਿਹੜਾ ਸੀਗਾ ਸਰਕਾਰ ਕੋਲ ਉਹ ਜਨਰੇਟ ਹੋਣਾ ਨੈਚੁਰਲੀ ਹੈ ਵੀ ਜਦੋਂ ਇੱਕ ਰੈਵਨਿਊ ਜਨਰੇਸ਼ਨ ਚੀਜ਼ ਜਦੋਂ ਨਿਕਲ ਜਾਏਗੀ ਤੇ ਜਦੋਂ ਉਹਦਾ ਜਿਹੜਾ ਰੈਵਨਿਊ ਹੈ ਉਹ ਆਟੋਮੈਟਿਕ ਘਟੇਗਾ। ਉਸ ਦੇ ਨਾਲ ਦੇਖੋ ਨਾ ਜੀ, ਰੈਵਨਿਊ ਘਟ ਗਿਆ ਤੇ ਇੱਕ ਪਾਸਾ ਖਰਚਾ ਵਧਣਾ ਸ਼ੁਰੂ ਹੋ ਗਿਆ। ਸਰਕਾਰ ਨੇ ਤੁਸੀਂ ਦੇਖੋ ਵੀ ਕੈਪਟਨ ਸਾਹਿਬ ਨੇ ਇਹ ਜਿਹੜੀ ਬਿਜਲੀ ਦੀ ਲਈ ਪਾਵਰ ਸੈਕਟਰ ਤੇ ਰਿਫਾਰਮ ਜਿਹੜੀਆਂ ਕੀਤੀਆਂ, ਜਾਂ ਪਾਵਰ ਸੈਕਟਰ ਜਿਹੜੀ ਫ੍ਰੀ ਦਿੱਤੀ ਕਿਸਾਨਾਂ ਨੂੰ, ਉਹਨਾਂ ਦਿਨਾਂ ਦੇ ਵਿੱਚ ਦਿੱਤੀ ਜੀ। ਠੀਕ, ਉਹਦਾ ਜਿਹੜਾ ਖਰਚਾ ਸੀ ਉਹ ਸਰਕਾਰ ਦੇ ਉੱਤੇ ਆਉਣਾ ਸ਼ੁਰੂ ਹੋ ਗਿਆ ਜੀ। ਇੱਕ ਤਾਂ ਇਹ ਕਾਰਨ ਸੀ। ਦੂਜਾ ਵੱਡਾ ਕਾਰਨ ਸੀ ਕਿ ਸਰਕਾਰ ਦੇ ਕੋਲ ਜਦੋਂ ਮਾਲੀਆ ਘਟਿਆ ਤਾਂ ਸਰਕਾਰ ਨੂੰ ਜ਼ਿਆਦਾ ਕਰਜ਼ੇ ਲੈਣੇ ਪਏ। ਆਪਣਾ ਜਿਹੜਾ ਦਿਨ ਬੋ ਦਿਨ ਖਰਚਾ ਜਿਹੜਾ ਹੈ ਸਰਕਾਰ ਨੂੰ, ਜਦੋਂ ਅਸੀਂ ਅੰਕੜੇ ਦੇਖਦੇ ਹਾਂ ਤਾਂ ਉਹ ਦੱਸਦੇ ਆ ਕਿ 2003 ਤੋਂ ਬਾਅਦ ਲਗਾਤਾਰ ਸਰਕਾਰ ਦਾ ਕਰਜ਼ਾ ਵੱਧ ਰਿਹਾ, ਪੰਜਾਬ ਸਰਕਾਰ ਦਾ ਜੀ। ਜਦੋਂ ਤੁਹਾਡੀ ਮਾਲੀ ਹਾਲਤ ਘਟ ਜਾਂਦੀ ਹੈ ਤਾਂ ਤੁਹਾਨੂੰ ਕਰਜ਼ਾ ਵੀ ਜਿਹੜਾ ਵੱਧ ਵਿਆਜ ਤੇ ਮਿਲਦਾ ਜੀ, ਉਹ ਵਿਆਜ ਵਧਣਾ ਸ਼ੁਰੂ ਹੋ ਗਿਆ ਜੀ। ਇਹ ਦੂਜਾ ਕਾਰਨ ਹੋਇਆ ਜਿਹੜਾ ਪੰਜਾਬ ਦੇ ਵਿੱਚ ਕਰਜ਼ਾ ਜਾਂ ਕਰਜ਼ਿਆਂ ਦੀ ਪੰਡ ਵਧਣੀ ਸ਼ੁਰੂ। ਇਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਬਾਦਲ ਸਾਹਿਬ ਹੋਣੀ 2017 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਚੋਣਾਂ ਹੋਣੀਆਂ ਸਨ, ਉਹ ਤੋਂ ਇੱਕ ਦਿਨ ਪਹਿਲਾਂ ਜੋ ਰਿਪੋਰਟਸ ਦੱਸਦੀਆਂ ਨੇ, ਜਾਂ ਵਾਈਟ ਪੇਪਰ ਜਿਹੜਾ ਬਾਦਲ ਸਾਹਿਬ ਨੇ, ਮਨਪ੍ਰੀਤ ਬਾਦਲ ਨੇ ਜੋ ਆਪਣੇ ਟੈਨਿਓਰ ਦੇ ਵਿੱਚ 2017 ਦੇ ਵਿੱਚ ਜਿੱਤ ਕੇ ਆ ਕੇ ਪਬਲਿਸ਼ ਕੀਤਾ ਜੀ, ਉਹ ਦੱਸਦਾ ਹੈ ਕਿ ਬਾਦਲ ਸਰਕਾਰ ਨੇ
ਤਕਰੀਬਨ ਫੂਡ ਕਾਰਪੋਰੇਸ਼ਨ ਆਫ ਇੰਡੀਆ ਨੂੰ ਜਿਹੜਾ ਸਮਾਨ ਇੱਥੋਂ ਜਾਂਦਾ ਸੀਗਾ ਪੰਜਾਬ ਦੇ ਵਿੱਚੋਂ, ਜਿਹੜੀ ਕਣਕ ਤੇ ਜਿਹੜਾ ਝੋਨਾ ਫੂਡ ਕਾਰਪੋਰੇਸ਼ਨ ਪ੍ਰੋਕਿਓਰ ਕਰਦੀ, 29,920 ਕਰੋੜ ਰੁਪਏ ਦਾ ਕੋਈ ਨਾ ਕੋਈ ਸਕੈਮ ਦੀ ਉਹਨਾਂ ਨੇ ਗੱਲ ਕੀਤੀ ਹੈ। ਅੱਛਾ, ਜਿਹੜਾ ਕਿ ਬਾਦਲ ਸਾਹਿਬ ਉਹਨਾਂ ਦੇ ਟੈਨਿਓਰ ਦੇ ਵਿੱਚ ਹੋਇਆ, ਉਹ ਵੱਡੇ ਬਾਦਲ ਸਾਹਿਬ ਉਹਨਾਂ ਦੇ। ਠੀਕ ਹੈ, ਇਹ ਮਨਪ੍ਰੀਤ ਬਾਦਲ ਉਹਨਾਂ ਦੀ ਰਿਪੋਰਟ ਦੱਸਦੀ ਹੈ। ਮਨਪ੍ਰੀਤ ਬਾਦਲ ਹੋਣੇ ਉਹਨਾਂ ਉਸ ਵੇਲੇ ਉਹ ਵਿੱਤ ਮੰਤਰੀ ਸੀ ਜੀ। ਉਸ ਤੋਂ ਉੱਪਰ ਕੁਝ ਹੋਇਆ ਜੀ ਉਹਦੇ ਉੱਪਰ? ਉਹਦੇ 'ਚ ਹੋਇਆ ਫੋਲੋ ਕਿ ਕੋਈ ਜੀ, ਉਹਦੇ 'ਚ ਹੋਇਆ ਕਿ ਜਿਹੜੇ ਸੁਖਬੀਰ ਬਾਦਲ ਉਹਨਾਂ ਦੀ ਸਰ ਡਿਪਟੀ ਸੀਐਮ ਉਸ ਵੇਲੇ ਸੁਖਬੀਰ ਬਾਦਲ ਜੀ ਸਨ, ਇਹਨਾਂ ਨੇ ਕੀ ਕੀਤਾ, ਉਸ ਕਰਜ਼ੇ ਨੂੰ ਲੁਕਾਉਣ ਦੇ ਲਈ 31,000 ਕਰੋੜ ਰੁਪਏ ਦਾ ਨਵਾਂ ਕਰਜ਼ਾ ਲੈ ਲਿਆ। ਉਹ ਜਿਹੜਾ ਸਕੈਮ ਸੀ ਉਹਨੂੰ ਲੁਕਾਉਣ ਦੇ ਲਈ, ਪੰਜਾਬ ਦੀ ਜਿਹੜੀ ਮਾਲੀ ਹਾਲਤ ਹੈ ਤਾਂ ਕਿ ਠੀਕ ਨਜ਼ਰ ਆਵੇ, 31,000 ਕਰੋੜ ਦਾ ਨਵਾਂ ਕਰਜ਼ਾ ਲੈ ਲਿਆ। ਠੀਕ ਹੈ, ਉਹ ਜਿਹੜਾ 31,000 ਕਰੋੜ ਦਾ ਨਵਾਂ ਕਰਜ਼ਾ ਲਿੱਤਾ, ਉਹ 20 ਸਾਲ ਦੇ ਲਈ ਲੈ ਲਿਆ। ਹੁਣ ਉਹ ਕਰਜ਼ੇ ਦੇ ਉੱਤੇ ਅਸੀਂ ਵਿਆਜ ਵੀ ਦੇ ਰਹੇ ਹਾਂ। ਉਹ ਤਕਰੀਬਨ 20 ਸਾਲ ਦੇ ਵਿੱਚੋਂ 60-62,000 ਕਰੋੜ ਰੁਪਈਆ ਬਣ ਜਾਂਦਾ। 3240 ਕਰੋੜ ਰੁਪਈਆ ਹਰ ਮਹੀਨੇ, 3,240 ਕਰੋੜ ਰੁਪਈਆ ਪੰਜਾਬ ਸਰਕਾਰ ਹਰ ਮਹੀਨੇ ਉਸ ਕਰਜ਼ੇ ਦੀ ਪੇਮੈਂਟ ਕਰ ਰਹੀ ਹੈ, ਜੋ ਕਿ 270 ਕਰੋੜ ਰੁਪਈਆ ਪ੍ਰਤੀ ਸਾਲ, ਜਿਹੜਾ 3,240 ਕਰੋੜ ਰੁਪਈਆ ਪ੍ਰਤੀ ਸਾਲ ਉਹਦੀ ਪੇਮੈਂਟ ਕਰ ਰਹੀ ਹੈ, 270 ਕਰੋੜ ਰੁਪਈਆ ਪ੍ਰਤੀ ਮਹੀਨਾ। ਠੀਕ ਹੈ। ਤੀਸਰਾ ਕਾਰਨ ਇਹ ਸੀਗਾ। ਚੌਥਾ ਕਾਰਨ ਜਦੋਂ ਅਸੀਂ ਐਨਾਲਾਈਜ਼ ਕਰਦੇ ਹਾਂ, ਉਹ ਹੋਇਆ ਕੇਂਦਰ ਸਰਕਾਰ ਨੇ ਕਿਹਾ ਵੀ ਪਾਵਰ ਸੈਕਟਰ ਰਿਫਾਰਮਸ ਕਰੋ, ਵੀ ਤੁਹਾਡੇ ਜਿਹੜੀਆਂ ਡਿਸਟ੍ਰੀਬਿਊਸ਼ਨ ਕੰਪਨੀਆਂ, ਜਿੱਦਾਂ ਅਸੀਂ PSPCL ਦੀ ਗੱਲ ਕਰਦੇ ਹਾਂ, ਇਹਨਾਂ ਦੇ ਉੱਤੇ ਕਰਜ਼ਾ ਬਹੁਤ ਹੈ। ਉਹਨਾਂ ਨੇ ਕਿਹਾ ਵੀ ਸਟੇਟਸ ਜਿਹੜੀਆਂ ਨੇ ਮੁਫਤ ਬਿਜਲੀ ਦੇ ਦੇ ਕੇ ਸਟੇਟਸ ਨੇ ਆਦਤਾਂ ਖਰਾਬ ਕੀਤੀਆਂ ਹੋਈਆਂ ਲੋਕਾਂ ਦੀਆਂ, ਤੇ ਮੁਫਤ ਬਿਜਲੀ ਵਾਲਾ ਕੰਮ ਜਿਹੜਾ ਹੈ, ਵੀ ਜਿਹੜਾ PSPCL ਦਾ ਕਰਜ਼ਾ ਸਟੇਟ ਆਪਣੇ ਸਿਰ ਲਵੇ ਜੀ। ਉਸ ਵੇਲੇ ਜਿਹੜਾ ਉਦੇ ਸਕੀਮ ਦੇ ਅੰਡਰ, ਹਾਂਜੀ, ਉਜਵਲ ਡਿਸਕੌਮ ਅਸ਼ੋਰੈਂਸ ਯੋਜਨਾ ਜਿਹੜੀ ਸੀ, ਉਹਦੇ ਅੰਡਰ ਮੋਦੀ ਸਰਕਾਰ ਨੇ ਸਟੇਟਸ ਨੂੰ ਇਹ ਕਿਹਾ ਵੀ ਤੁਸੀਂ ਜਿੰਨਾ ਵੀ ਤੁਹਾਡਾ ਕਰਜ਼ਾ ਹੈ ਪਾਵਰ ਸੈਕਟਰ ਦਾ, ਉਹਦਾ 75% ਤੁਸੀਂ ਆਪਣੇ ਸਿਰ ਲੈਣਾ, ਆਪਣੇ ਸਿਰ ਲਓ। ਯਾਨੀ ਕਿ 20,000 ਕਰੋੜ ਚੋਂ ਪਾਵਰ ਸੈਕਟਰ ਨੂੰ ਫ੍ਰੀ ਕਰੋ, PSPCL ਨੂੰ ਫ੍ਰੀ ਕਰੋ। ਉਹਦਾ 15,000 ਕਰੋੜ ਰੁਪਈਏ ਦਾ ਕਰਜ਼ਾ ਪਾਵਰ ਸੈਕਟਰ ਦਾ ਆਪਣੇ ਸਿਰ ਲੈਣਾ ਪਿਆ ਸਾਡੀ ਸੂਬਾਈ ਸਰਕਾਰ ਨੂੰ। ਠੀਕ ਹੈ। ਤਾਂ ਇਸ ਤਰੀਕੇ ਦੇ ਨਾਲ ਆ ਜਿਹੜੀਆਂ ਗਤੀਵਿਧੀਆਂ ਨੇ, ਰਿਸੋਰਸਿਸ ਆਣੇ ਨਹੀਂ, ਠੀਕ ਹੈ ਨਾ ਜੀ। ਔਰ GST ਦੇ ਨਾਲ ਹੋਰ ਮਾਰ ਪੈ ਗਈ। GST ਦੇ ਆਉਣ ਦੇ ਨਾਲ ਤਾਂ ਹੋਰ ਜ਼ਿਆਦਾ ਮਾਰ ਪਈ। ਉਹ ਤਾਂ ਸਾਡਾ ਪੰਜਾਬ ਦੇ ਵਿੱਚ ਜਿਹੜਾ ਤੁਸੀਂ ਫਿਗਰਸ ਯੂਜ਼ ਕੀਤੀਆਂ, ਬਈ 53% ਜਿਹੜਾ ਹੈ ਸਾਡੀ GSDP ਜਿਹੜੀ ਹੈ, ਉਹਦਾ ਖਰਚਾ ਖੜਾ, ਤਾਂ ਸਾਡਾ 6 ਲੱਖ ਕਰੋੜ ਰੁਪਏ ਦੀ ਪ੍ਰੋਡਕਸ਼ਨ ਹੁੰਦੀ ਹੈ, ਤੇ ਉਹਦਾ 53% ਸਾਡਾ ਭਾਗ ਜਿਹੜਾ ਹੈ ਉਹ ਕਰਜ਼ੇ ਦੇ ਵਿੱਚ। ਇਹ ਪ੍ਰਮੁੱਖ ਤੌਰ 'ਤੇ ਇਹਦੇ ਕਾਰਨ ਨੇ। ਠੀਕ ਹੈ। ਕੀ ਲੱਗਦਾ ਜੀ ਪੰਜਾਬ ਦੇ ਕੋਲ ਜਿਹੜੇ ਨੈਕਸਟ ਚੈਲੰਜਸ ਨੇ, ਜਿਹੜਾ ਪੰਜਾਬ ਫੇਸ ਕਰਨ ਜਾ ਰਿਹਾ, ਕਿਉਂਕਿ 3 ਲੱਖ ਕਰੋੜ ਦਾ ਕਰਜ਼ਾ ਬਹੁਤ ਹੁੰਦਾ ਹੈ, ਇੱਕ ਸੂਬਾ, ਛੋਟੇ ਜਿਹੇ ਸੂਬੇ ਦੇ ਉੱਤੇ ਐਡਾ ਵੱਡਾ ਕਰਜ਼ਾ, ਅਤੇ ਨਵੇਂ ਚੈਲੰਜਸ ਜਿਹੜੇ ਸਾਹਮਣੇ ਆ ਰਹੇ ਨੇ, ਉਹ ਕੀ ਨੇ? ਸਭ ਤੋਂ ਵੱਡਾ ਜਿਹੜਾ ਚੈਲੰਜ ਇਸ ਵੇਲੇ ਸਾਹਮਣੇ ਆ ਰਿਹਾ, ਨਜ਼ਰ ਆ ਰਿਹਾ, ਉਹ ਹੈ GST ਨੂੰ ਲੈ ਕੇ ਜੀ। ਔਰ ਉਹਦੀਆਂ ਜਿਹੜੀਆਂ ਰੈਮੀਫਿਕੇਸ਼ਨਸ ਨੇ, ਉਹ ਬਹੁਤ ਦੂਰ ਤੱਕ ਜਾਣਗੀਆਂ। ਜਿਹੜਾ ਉਹਦਾ ਇਫੈਕਟ ਹੈ, ਜਿਹੜਾ ਉਹਦਾ ਪ੍ਰਭਾਵ ਹੈ, ਉਹ ਹਰ ਬੰਦੇ ਤੱਕ ਪਹੁੰਚੇਗਾ। ਅਸੀਂ ਉਸ ਚੀਜ਼ ਨੂੰ ਹਜੇ ਤੱਕ ਐਨਾਲਾਈਜ਼ ਨਹੀਂ ਕਰ ਸਕੇ। ਪੋਲੀਟੀਕਲ ਲੈਵਲ ਦੇ ਉੱਤੇ ਇਹ ਚੀਜ਼ਾਂ ਚੱਲਣੀਆਂ ਜ਼ਰੂਰ ਸ਼ੁਰੂ ਹੋ ਗਈਆਂ, ਗੱਲਾਂ ਬਾਤਾਂ ਸ਼ੁਰੂ ਹੋ ਗਈਆਂ ਨੇ, ਪਰ ਹਜੇ ਵੀ ਜਿਹੜੀ ਸਾਡੀ ਡਿਸਕਸ਼ਨਸ ਦੇ ਵਿੱਚ ਇਹ ਚੀਜ਼ ਨਹੀਂ ਆਈ, ਔਰ ਬੜੀ ਘਾਤਕ ਹੈ। ਉਹ ਹੋ ਕੀ ਰਿਹਾ ਹੈ ਕਿ ਦੇਖੋ, ਜਿਹੜਾ GST ਦੀ ਕੰਪਨਸੇਸ਼ਨ ਸੀ, ਸਟੇਟ ਗਵਰਨਮੈਂਟ ਨੂੰ ਜਦੋਂ 2017 ਦੇ ਵਿੱਚ GST ਆਇਆ, ਤਾਂ GST ਬਾਰੇ ਇਹ ਕਿਹਾ ਗਿਆ ਸੀ ਕਿ ਜਿੰਨਾ ਵੀ, ਜੇ ਕਿਸੇ ਸੂਬੇ ਦੀ ਸਰਕਾਰ ਨੂੰ ਮਾਲੀਆ ਘਟਦਾ 2015-16 ਦੇ ਹਿਸਾਬ ਦੇ ਨਾਲ, ਜਿੰਨਾ ਕੁ ਉਹਨਾਂ ਕੋਲ ਆਉਂਦਾ ਸੀ, ਤਾਂ ਕੇਂਦਰ ਦੀ ਸਰਕਾਰ ਉਹ ਉਹਨਾਂ ਨੂੰ ਕੰਪਨਸੇਟ ਕਰੇਗੀ, ਮੁਆਵਜ਼ਾ ਦੇਗੀ 14% ਦੀ ਦਰ 'ਤੇ। ਹੁਣ ਜੇ ਕਿਸੇ ਸਟੇਟ ਕੋਲ ਮੁਆਵਜ਼ਾ, ਜੇ ਉਹ ਘਟਦਾ ਸੀਗਾ ਮਾਲੀਆ, ਤਾਂ ਕੇਂਦਰ ਦੀ ਸਰਕਾਰ ਉਹਨੂੰ ਕੰਪਨਸੇਟ ਕਰ ਰਹੀ ਸੀ 14% ਦੀ ਦਰ 'ਤੇ। ਹੁਣ ਹੋਇਆ ਕੀ ਹੈ ਕਿ ਸਟੇਟਸ ਨੇ ਆਪਣੀਆਂ ਤਕਰੀਬਨ 70% ਰਾਈਟਸ ਜਿਹੜੀਆਂ ਨੇ ਉਹ ਸਰੈਂਡਰ ਕਰਤੀਆਂ। ਵੀ ਹੁਣ ਸਟੇਟ ਕਿਹਦੇ ਉੱਤੇ ਟੈਕਸ ਲਾ ਸਕਦੀ ਹੈ, ਜਾਂ ਐਲਕੋਹਲ ਦੇ ਉੱਤੇ, ਸ਼ਰਾਬ ਦੇ ਉੱਤੇ, ਪੈਟਰੋਲ ਡੀਜ਼ਲ ਦੇ ਉੱਤੇ ਐਕਸਾਈਜ਼ ਜਿਹੜੀ, ਮੋਟਰ ਵਹੀਕਲਸ ਦੇ ਉੱਤੇ, ਬਿਜਲੀ ਦੇ ਉੱਤੇ ਸਟੈਂਪ ਡਿਊਟੀ ਜਿਹੜੀ ਹੈ। ਇਹ ਚੀਜ਼ਾਂ ਨੇ ਜਿਹੜੀਆਂ ਸਟੇਟ ਦੇ ਕੋਲ ਰਹਿ ਗਈਆਂ ਨੇ। ਬਾਕੀ ਸਾਰੇ ਸਟੇਟ ਦੇ ਜਿਹੜੇ ਅਧਿਕਾਰ ਸਨ, ਉਹ ਸਾਰੇ ਦੇ ਸਾਰੇ ਕੇਂਦਰ ਕੋਲ ਤਬਦੀਲ ਹੋ ਗਏ ਨੇ ਜੀ। ਇਹ ਸਾਰੇ ਦੇ ਵਿੱਚ ਹੋ ਕੀ ਰਿਹਾ, ਹੁਣ 2 ਸਾਲ ਜਿਹੜਾ ਵਕਫਾ ਨਿਕਲਿਆ ਸੀ, ਦੇਖਦੇ 2020 ਤੋਂ 2022 ਤੱਕ, 2019-20 ਦਾ, ਔਰ 2020-21 ਔਰ 21-22 ਦਾ, ਜਿਹੜੇ 2 ਸਾਲ,
ਇਹਨਾਂ ਦੇ ਵਿੱਚ GST ਘੱਟ ਜਨਰੇਟ ਹੋਈ ਹੈ। ਕੇਂਦਰ ਨੇ ਕਰਜ਼ੇ ਲੈ ਕੇ 1,10,000 ਕਰੋੜ ਦਾ ਕਰਜ਼ਾ ਲਿੱਤਾ ਕੇਂਦਰ ਨੇ 2020-21 ਦੇ ਵਿੱਚ, ਤੇ 1,59,000 ਕਰੋੜ ਦਾ ਕਰਜ਼ਾ ਲਿੱਤਾ ਕੇਂਦਰ ਨੇ 21-22 ਦੇ ਵਿੱਚ, ਤਾਂ ਕਿ ਸਟੇਟਸ ਨੂੰ ਉਹਨਾਂ ਦਾ ਮੁਆਵਜ਼ਾ ਦਿੱਤਾ ਜਾ ਸਕੇ। ਹਾਲਾਂਕਿ ਉਹਦੇ ਵਿੱਚ ਵੀ ਕਈ ਤਰ੍ਹਾਂ ਦੇ ਪ੍ਰੋਬਲਮ ਸੀਗੀਆਂ, ਚਲੋ ਅਸੀਂ ਉਹਨੂੰ ਫਿਰ ਕਿਸੇ ਵੇਲੇ ਐਡਰੈਸ ਕਰਾਂਗੇ। ਹੁਣ ਸਟੇਟਸ ਜਿਹੜੀਆਂ ਨੇ ਉਹਨਾਂ ਨੂੰ ਨਜ਼ਰ ਆ ਰਿਹਾ ਵੀ ਮਹੀਨੇ ਰਹਿ ਗਏ ਆ 2 ਜੀ, 1 ਮਈ ਤੇ 1 ਜੂਨ ਜੀ। ਆਪਾਂ ਵੀ ਆਰ ਐਟ ਦਾ ਫੈਗ ਐਂਡ ਆਫ April। ਇਹਦੇ ਵਿੱਚ ਹੋਣਾ ਕੀ ਹੈ ਕਿ 30 ਜੂਨ ਤੋਂ ਬਾਅਦ ਇਹ ਮੁਆਵਜ਼ਾ ਆਉਣਾ ਬੰਦ ਹੋ ਜਾਏਗਾ ਜੀ। ਜਦੋਂ ਲਗਭਗ ਕਿੰਨਾ ਕੁ ਮੁਆਵਜ਼ਾ ਆਉਂਦਾ ਜੀ? ਮੈਂ ਸਮਝ ਨਹੀਂ ਸਕਿਆ ਤੁਹਾਡੇ ਲਗਭਗ ਕਿੰਨਾ ਕੁ ਫਿਗਰ ਹੈ ਜਿਹੜਾ ਹਰ ਸਾਲ ਆ ਰਿਹਾ? ਮੈਂ ਦੱਸਿਆ 1,10,000 ਕਰੋੜ ਦਾ। 1,10,000 ਜਿੰਨਾ ਡੈਫਿਸਿਟ ਹੁੰਦਾ, ਜਿੰਨਾ ਡੈਫਿਸਿਟ ਹੋ ਜਾਏਗਾ। ਔਰ ਪਿਛਲੇ ਸਾਲ 2021-22 ਦੇ ਵਿੱਚ ਜਿਹੜੀ ਘਾਤਕ ਸੀ ਸੈਕਿੰਡ ਵੇਵ, ਉਹਦੇ 'ਚ 1,59,000 ਕਰੋੜ ਦਾ, ਕਿਉਂਕਿ ਸਾਰੀਆਂ ਐਕਟੀਵਿਟੀਜ਼ ਬੰਦ ਹੋ ਗਈਆਂ ਸੀ। ਜੀ ਜਿੰਨੀਆਂ ਐਕਟੀਵਿਟੀਜ਼ ਬੰਦ ਹੋਣਗੀਆਂ ਉਨਾ ਮੁਆਵਜ਼ਾ ਜ਼ਿਆਦਾ ਦੇਣਾ ਪਏਗਾ। ਠੀਕ ਹੈ, ਇਹ ਹੋਇਆ ਇੱਕ ਕਾਰਨ। ਹੁਣ ਸਟੇਟਸ ਜਿਹੜੀਆਂ ਨੇ ਸੂਬਾਈ, ਖਾਸ ਕਰਕੇ ਜਿਹੜੀ ਨਾਨ BJP ਸਟੇਟਸ ਨੇ, ਜਿਨ੍ਹਾਂ 'ਚ ਅਸੀਂ ਛੱਤੀਸਗੜ੍ਹ ਦੀ ਗੱਲ ਕਰ ਲਈਏ, ਬੰਗਾਲ ਦੀ ਗੱਲ ਕਰ ਲਈਏ ਤੇ ਕੇਰਲਾ ਦੀ, ਇਹਨਾਂ ਨੇ ਹੱਥ ਪੈਰ ਮਾਰਨੇ ਸ਼ੁਰੂ ਕਰਤੇ ਹੈ ਵੀ ਕੇਂਦਰ ਸਰਕਾਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਦੀ ਕੰਪਨਸੇਸ਼ਨ ਵਧਾਵੇ। ਇਹਨਾਂ ਨੇ ਕਿਹਾ ਵੀ ਪਿਛਲੇ 2 ਸਾਲ ਜਿਹੜੇ ਆ ਉਹ ਤਾਂ ਕੋਰੋਨਾ ਦੀ ਭੇਟ ਚੜ੍ਹ ਗਏ ਨੇ, ਕਰਕੇ ਸਾਰਾ ਬਿਜ਼ਨਸ ਟੋਟਲੀ ਅਪਸੈਟ। ਤੁਸੀਂ ਜੇ ਸਾਨੂੰ ਮੁਆਵਜ਼ਾ ਦਿੱਤਾ ਵੀ ਹੈ ਜੀ, ਠੀਕ ਹੈ ਜੀ, ਪਰ ਸਾਡਾ ਜਿਹੜਾ ਰੈਵਨਿਊ ਆਉਂਦਾ ਸੀ GST ਤੋਂ ਉਹ ਤਾਂ ਘਟ ਗਿਆ ਜਦੋਂ ਸਾਰੀਆਂ ਗਤੀਵਿਧੀਆਂ ਹੀ ਖੜ ਗਈਆਂ, ਸਾਰਾ ਅਰਥਚਾਰਾ ਉਹਦੇ 'ਚ ਡਿਸਰਪਸ਼ਨ ਆਈ ਹੋਈ ਸੀ ਜੀ। ਤਾਂ ਹੁਣ ਇਹ ਸਟੇਟਸ ਕਹਿੰਦੀਆਂ ਵੀ ਸਾਨੂੰ ਇਸ ਚੀਜ਼ ਨੂੰ ਜਿਹੜਾ ਮੁਆਵਜ਼ਾ ਇਹਨੂੰ 2 ਸਾਲ ਹੋਰ ਵਧਾਇਆ ਜਾਵੇ। ਠੀਕ ਹੈ, ਜਦੋਂ ਕਿ ਜਿਹੜੀ ਸੈਂਟਰ ਹੈ ਉਹ ਸਟੈਂਡ ਲੈ ਕੇ ਬੈਠੇ ਵੀ ਅਸੀਂ ਤਾਂ ਤੁਹਾਨੂੰ ਕਰਜ਼ੇ ਲੈ ਕੇ ਵੀ ਦਿੱਤਾ, 5 ਸਾਲ ਹੋ ਗਏ ਸਾਡੀ ਗੱਲ 5 ਸਾਲਾਂ ਦੀ ਹੋਈ ਸੀ। ਚਲੋ ਜੇ ਕੋਵਿਡ ਦਾ ਦੌਰ ਵੀ ਕਰੀਏ ਤੇ ਕੇਂਦਰ ਨੇ ਤਾਂ ਆਪਣਾ ਫਰਜ਼ ਨਿਭਾਉਂਦੇ ਹੋਏ ਹਰ ਸੂਬੇ ਨੂੰ ਆਪਾਂ ਆਪਣੇ ਟਰਮਸ ਦੇ ਅਕੋਰਡਿੰਗ ਕੰਪਨਸੇਟ ਕੀਤਾ। ਬਿਲਕੁਲ ਜੀ। ਉਹ ਕਹਿੰਦੇ ਵੀ ਅਸੀਂ ਨਹੀਂ ਜੀ ਕਰ ਸਕਦੇ ਇਸ ਤੇ ਜੀ। ਫਿਰ ਉਹਨਾਂ ਨੇ ਹੋਰ ਕਿਹਾ, ਨਿਰਮਲਾ ਸੀਤਾਰਮਨ ਜੀ ਕਹਿੰਦੇ ਵੀ ਜਿਹੜਾ ਇਹ ਬਜਟ ਪੇਸ਼ ਹੋਇਆ ਐਤਕੀ 2022 ਦਾ, ਉਹਦੇ 'ਚ ਅਸੀਂ ਸੂਬਿਆਂ ਨੂੰ ਕਹਿੰਦਾ 1 ਲੱਖ ਕਰੋੜ ਦਾ ਤੁਹਾਨੂੰ ਇੰਟਰਸਟ ਫ੍ਰੀ ਲੋਨ ਦੇ ਰਹੇ ਜੀ, ਤੁਸੀਂ ਉਹ ਲੈ ਲਓ, ਤੁਸੀਂ ਸਾਡੇ ਤੋਂ ਮੁਆਵਜ਼ਾ ਨਾ ਮੰਗੋ, ਲੋਨ ਲੈਣਾ ਲੋਨ ਹੋਰ ਲੈ ਲਓ। ਠੀਕ ਹੈ, ਅਸੀਂ ਨਹੀਂ ਕਰਜ਼ਾ ਹੋਰ ਲੈ ਉਹਦਾ ਕਰਜ਼ਾ ਤੁਸੀਂ ਪੇਮੈਂਟ ਕਰੋਗੇ ਪਰ ਵਿਆਜ ਨਹੀਂ ਦਊਂਗੇ, 0%। 50 ਸਾਲ ਦੇ ਲਈ ਜਿਹੜੀ ਗੱਲ ਕੀਤੀ ਹੈ ਹਾਂਜੀ ਐਤਕੀ ਜਿਹੜੇ ਬਜਟ ਦੇ ਵਿੱਚ ਗੱਲ, ਤਾਂ ਕੁੱਲ ਮਿਲਾ ਕੇ ਗੱਲ ਇੱਦਾਂ ਹੋ ਰਹੀ ਹੈ ਕਿ ਸਟੇਟਸ ਆਪਣਾ ਸਟੈਂਡ ਲੈ ਕੇ ਖੜੀਆਂ ਵੀ ਇਸ ਨੂੰ ਇਨਕਰੀਜ਼ ਕੀਤਾ ਜਾਏ। ਇੱਕ ਕਮੇਟੀ ਜ਼ਰੂਰ ਬਣੀ ਹੈ, ਜਿਹੜੇ ਕਰਨਾਟਕਾ ਦੇ ਮੁੱਖ ਮੰਤਰੀ ਹੈ, ਪਿਛਲੇ ਸਾਲ 2021 ਦੇ ਵਿੱਚ ਸਤੰਬਰ-ਅਕਤੂਬਰ ਦੇ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ, ਉਹਦੇ ਵਿੱਚ ਸਾਰੇ GST ਕਾਊਂਸਲ ਦੇ ਜਿਹੜੇ ਫਾਈਨਾਂਸ ਮਿਨਿਸਟਰਸ ਨੇ ਉਹ ਵੀ ਉਸ ਦਾ ਕਮੇਟੀ ਦਾ ਪਾਰਟ ਨੇ। ਉਹਨੇ ਆਪਣੀ ਰਿਪੋਰਟ ਜ਼ਾਹਰ ਕਰਨੀ ਹੈ। ਹੁਣ ਉਸ ਰਿਪੋਰਟ ਦੇ ਵਿੱਚ ਕੀ ਆਉਂਦਾ ਉਹ ਦੇਖਣ ਵਾਲੀ ਚੀਜ਼ ਹੋਏਗੀ, ਪਰ ਇਸ ਵੇਲੇ ਦੋਨੋਂ ਪਾਸੇ ਦਾ ਸੈਂਟਰ ਐਂਡ ਦਾ ਸਟੇਟ ਗਵਰਨਮੈਂਟਸ ਆਰ ਐਟ ਲੌਗਰ ਹੈਡਸ, ਦੋਨਾਂ ਦੇ ਵਿੱਚ ਤਲਵਾਰਾਂ ਖਿੱਚੀਆਂ ਹੋਈਆਂ ਨੇ। ਨਾਨ BJP ਸਟੇਟਸ ਕਹਿੰਦੀਆਂ GST ਨੂੰ ਵਧਾਇਆ ਜਾਵੇ, ਸਾਨੂੰ ਮੁਆਵਜ਼ਾ ਹੋਰ ਦਿੱਤਾ ਜਾਵੇ। ਕੇਂਦਰ ਕਹਿ ਰਹੀ ਵੀ 5 ਸਾਲ ਦੇ ਲਈ ਸੀ, ਹੁਣ ਅਸੀਂ ਤੁਹਾਨੂੰ ਨਹੀਂ ਦੇ ਸਕਦੇ। ਹੁਣ ਹੋ ਕੀ ਰਿਹਾ ਕਿ ਕੁਝ ਅਖਬਾਰਾਂ ਨੇ ਇਹ ਹਵਾਲਾ ਜ਼ਰੂਰ ਦਿੱਤਾ ਕਿ ਹੋ ਸਕਦਾ ਕਿ ਸਟੇਟਸ ਨੂੰ ਅਗਰ ਕੰਪਨਸੇਟ ਕਰਨ ਦੀ ਲੋੜ ਪੈਂਦੀ ਹੈ ਤਾਂ ਸਿੱਧੇ ਤੌਰ ਤੇ ਨਹੀਂ, ਅਸਿੱਧੇ ਤੌਰ ਤੇ ਇਨਡਾਇਰੈਕਟਲੀ ਜੀ ਐਡਰੈਸ ਕੀਤਾ ਜਾਏ। ਉਹਦੇ 'ਚ ਕੀ ਹੋਏਗਾ ਕਿ ਸਟੇਟਸ ਜਿਹੜੀਆਂ ਨੇ, ਜਿਹੜੀ ਸਲੈਬਸ ਆ GST ਦੀਆਂ, ਉਹਨਾਂ ਨੂੰ ਟਵੀਕ ਕਰਨ ਦੀ ਗੱਲ ਹੋ ਰਹੀ ਵੀ ਅਸੀਂ ਰੀਐਡਜਸਟਮੈਂਟ ਕਰੀਏ। ਜਿਹੜੀ ਜਿੱਦਾਂ ਸਾਡੇ ਕੋਲ 5, 12, 18, 28 ਦੀ ਸਲੈਬ ਹੈ, ਉਹ ਕਹਿੰਦੇ ਵੀ ਜਿਹੜੀ 5 ਦੀ ਸਲੈਬ ਹੈ, 5% ਵਾਲੀ ਸਲੈਬ, ਜਿਹੜੀਆਂ ਆਮ ਲੋਕਾਂ ਦੀ ਜ਼ਰੂਰਤਾਂ ਦੀਆਂ ਚੀਜ਼ਾਂ ਨੇ, ਰੋਜ਼ਮर्रा ਦੀਆਂ ਚੀਜ਼ਾਂ ਨੇ, ਉਹਨੂੰ ਵਧਾ ਕੇ 5 ਤੋਂ 8 ਕੀਤਾ ਜਾਏ, ਤਾਂ ਕਿ ਸਟੇਟਸ ਨੂੰ ਮੁਆਵਜ਼ਾ ਤਾਂ ਨਹੀਂ ਕੇਂਦਰ ਸਰਕਾਰ ਦੇਗੀ, ਲੇਕਿਨ ਉਹਨਾਂ ਕੋਲ ਮਾਲੀਆ ਇਕੱਠਾ ਜ਼ਰੂਰ ਜ਼ਿਆਦਾ ਹੋ ਜਾਏ। 8%, 5 ਦੀ ਜਗ੍ਹਾ ਜੇ 8% ਚੱਲ ਜਾਂਦੀ ਹੈ ਤਾਂ ਜ਼ਿਆਦਾਤਰ ਆਈਟਮਸ 5% ਦੇ ਵਿੱਚ ਨੇ, ਜਿਹੜੀਆਂ ਛੋਟੀਆਂ ਰੋਜ਼ਮर्रा ਵਾਲੀਆਂ ਯੂਜ਼ ਹੋਣ ਵਾਲੀਆਂ ਚੀਜ਼ਾਂ ਨੇ। ਜੇ ਉਹ 8% 'ਤੇ ਚੱਲ ਜਾਂਦੀ ਹੈ ਤਾਂ ਜਿਹੜਾ ਸੂਬਾਈ ਸਰਕਾਰਾਂ ਨੇ, ਇਹਨਾਂ ਦੇ ਕੋਲ ਮਾਲੀਆ ਜਿਹੜਾ ਜ਼ਿਆਦਾ ਇਕੱਠਾ ਹੋਣਾ ਸ਼ੁਰੂ ਹੋ ਜਾਏ। ਪਰ ਇੱਥੇ ਫਿਰ ਰਿਜ਼ਰਵੇਸ਼ਨਸ ਨੇ। ਰਿਜ਼ਰਵੇਸ਼ਨ ਜਿਹੜੀ ਆਉਂਦੀ ਹੈ ਉਹ ਇਹ ਆਉਂਦੀ ਹੈ ਕਿ ਜੇਕਰ ਇਹ ਹੋ ਜਾਂਦਾ 5 ਤੋਂ 8 ਤੇ ਚਲਾ ਜਾਂਦਾ ਤਾਂ ਇਨਫਲੇਸ਼ਨ ਜਿਹੜੀ ਹੈ ਮਾਰਕੀਟ ਦੇ ਵਿੱਚ, ਪ੍ਰਾਈਸਿਸ ਜਿਹੜੇ ਨੇ
ਆਲਰੇਡੀ ਅਸੀਂ ਦੇਖ ਰਹੇ ਹਾਂ ਅੱਗ ਲੱਗੀ ਹੋਈ ਹੈ ਮਾਰਕੀਟ ਦੇ ਵਿੱਚ, ਹਰ ਚੀਜ਼ ਜਿਹੜੀ ਹੈ ਮਹਿੰਗਾਈ ਦੇ ਵਿੱਚ ਹੈ। ਤਾਂ ਉਹ 5 ਤੋਂ 8 ਵਾਲੀ ਸਲੈਬ ਜਾਣ ਦੇ ਨਾਲ 3% ਦੀ 1% ਦੇ ਨਾਲ ਸਰਕਾਰ ਨੂੰ, ਜੇ 1% ਸਰਕਾਰ ਬਣਾਉਂਦੀ ਹੈ ਤਾਂ 50,000 ਕਰੋੜ ਰੁਪਏ ਦਾ ਸਰਕਾਰ ਦੇ GST ਦੇ ਵਿੱਚ ਫਾਇਦਾ ਹੁੰਦਾ ਜੀ। ਯਾਨੀ ਕਿ 1.5 ਕਰੋੜ ਰੁਪਏ ਦਾ 1.5 ਲੱਖ ਕਰੋੜ ਰੁਪਏ ਦਾ ਫਾਇਦਾ ਤਾਂ ਹੋ ਜਾਏਗਾ ਸਰਕਾਰ ਨੂੰ, ਤਾਂ ਹੋ ਜਾਏਗਾ, ਸਰਕਾਰ ਨੂੰ ਤਾਂ ਹੋ ਜਾਏਗਾ, ਲੇਕਿਨ ਆਮ ਪਰ ਇਨਫਲੇਸ਼ਨ ਦੇ ਲੋਕਾਂ ਦੇ ਉੱਤੇ ਵਧੇਗੀ ਨਾ, ਲੋਕਾਂ ਦੇ ਉੱਤੇ ਦਾ ਨੈਗੇਟਿਵ ਇੰਪੈਕਟ ਆਏਗਾ। ਤਾਂ ਇਹ ਦੇਖਣਾ ਹੁਣ ਪਏਗਾ ਵੀ ਹੁਣ ਸਰਕਾਰਾਂ ਕਿਹੜਾ ਸਟੈਂਡ ਲੈਂਦੀਆਂ। ਇਟਸ ਰੀਅਲੀ ਮਤਲਬ ਕਿ ਬਹੁਤ ਵੱਡਾ ਇੱਕ ਚੈਲੰਜ ਹੈ ਵੀ ਇੱਕ ਪਾਸੇ ਜਿੱਥੇ ਮੁਆਵਜ਼ਾ ਘੱਟ ਹੋਣ ਮੁਆਵਜ਼ਾ ਮਿਲਣਾ ਬੰਦ ਹੋ ਜਾਏਗਾ, ਇੱਕ ਪਾਸੇ ਨਵਾਂ ਚੈਲੰਜ ਇਹ ਹੈ ਵੀ ਲੋਕਾਂ ਦੇ ਵਿੱਚ, ਆਮ ਸੂਬੇ ਦੇ ਵਿੱਚ ਇਨਫਲੇਸ਼ਨ ਵੀ ਵਧੇਗੀ। ਹੋਰ ਕਿਹੜੀਆਂ ਇਹੋ ਜਿਹੀਆਂ ਵਿਸ਼ਵ ਭਰ ਦੇ ਵਿੱਚ ਗਤੀਵਿਧੀਆਂ ਚੱਲ ਰਹੀਆਂ ਨੇ ਜਿਨ੍ਹਾਂ ਦਾ ਇੰਪੈਕਟ ਪੰਜਾਬ ਦੇ ਵਿੱਚ ਪੈ ਸਕਦਾ, ਪੰਜਾਬ ਦੇ ਵਿੱਚ ਮਹਿੰਗਾਈ ਨੂੰ ਲੈ ਕੇ? ਦੇਖੋ ਜੀ, ਜੇ ਅਸੀਂ ਕਰੋਨਾ ਤੋਂ ਸ਼ੁਰੂ ਕਰਦੇ ਹਾਂ ਜੀ, ਤਾਂ ਕਰੋਨਾ ਦੇ ਤੋਂ ਲੈ ਕੇ ਅਸੀਂ ਦੇਖਿਆ ਵੀ ਸਾਰੀਆਂ ਅਰਥਚਾਰਾ ਜਿਹੜਾ ਹੈ ਬੰਦ ਹੋਣ ਕਰਕੇ ਸਾਰੀਆਂ ਆਰਥਿਕ ਗਤੀਵਿਧੀਆਂ ਜਿਹੜੀਆਂ ਖੜ ਗਈਆਂ, ਉਹਦੇ ਕਰਕੇ ਚੀਜ਼ਾਂ ਦੇ ਰੇਟ ਵਧਣੇ ਸ਼ੁਰੂ ਹੋ ਗਏ ਜੀ। ਖਾਸ ਕਰਕੇ ਜਦੋਂ ਅਸੀਂ ਬਾਹਰੋਂ ਦੇਖਦੇ ਹਾਂ ਚੀਜ਼ਾਂ ਜਿਹੜੀਆਂ ਚੀਨ 'ਚੋਂ ਆਉਂਦੀਆਂ ਸੀ, ਕਿਉਂਕਿ ਉੱਥੇ ਪ੍ਰੋਬਲਮਸ ਆਈਆਂ। ਇਹ ਜਿਹੜਾ ਪੰਜਾਬ ਜਿਹੜਾ ਹੈ, ਇਟ ਕੈਨ ਨਾਟ ਸਟੈਂਡ ਆਈਸੋਲੇਟਿਡ ਫਰੋਮ ਅਦਰਸ। ਪੰਜਾਬ ਦੇ ਉੱਤੇ ਵੀ ਜਿਹੜਾ, ਜਾਂ ਪੰਜਾਬ ਦੇ ਪੰਜਾਬੀਆਂ ਦੇ ਉੱਤੇ ਜਿਹੜਾ ਇੰਪੈਕਟ ਆ ਰਿਹਾ ਹੈ, ਇਹ ਨਹੀਂ ਹੈ ਕਿ ਪੰਜਾਬ ਦੀ ਇਕੋਨਮੀ ਦੇ ਕਰਕੇ ਹੀ ਆ ਰਿਹਾ, ਕਿਉਂਕਿ ਅਸੀਂ ਇੰਟਰਨੈਸ਼ਨਲੀ ਚੀਜ਼ਾਂ ਲੈਂਦੇ। ਹੁਣ ਕੌਮਾਂਤਰੀ ਪੱਧਰ 'ਤੇ ਜੇ ਕੋਈ ਚੀਜ਼ ਸਪਲਾਈ ਚੇਨ ਟੁੱਟ ਜਾਏਗੀ ਤਾਂ ਪੰਜਾਬ ਨੂੰ ਮਹਿੰਗੀ ਮਿਲੇਗੀ। ਉਸ ਵੇਲੇ ਵੀ ਇੱਦਾਂ ਹੀ ਹੋਇਆ। ਇੱਕ ਚਿਪ ਦਾ ਮੈਂ ਐਗਜ਼ਾਮਪਲ ਦਿੰਦਾ ਵੀ ਤਾਈਵਾਨ ਤੋਂ ਸਾਨੂੰ ਇੱਕ ਗੱਡੀਆਂ ਦੇ ਵਿੱਚ ਚਿਪ ਯੂਜ਼ ਹੁੰਦੀ ਸੀ ਜੀ। ਤਾਈਵਾਨ ਨੂੰ ਇਹ ਪਤਾ ਲੱਗ ਗਿਆ ਚਿਪ ਕਾਹਦੇ ਵਾਸਤੇ ਯੂਜ਼ ਹੁੰਦੀ? ਗੱਡੀਆਂ ਦੇ ਵਿੱਚ ਯੂਜ਼ ਹੁੰਦੀ ਹੈ ਜੀ, ਕੋਈ ਇਲੈਕਟ੍ਰੋਨਿਕ ਕੰਪੋਨੈਂਟ। ਹਾਂਜੀ ਜੀ। ਤਾਈਵਾਨ ਨੂੰ ਇਹ ਪਤਾ ਲੱਗ ਗਿਆ ਸੀਗਾ ਵੀ ਇੱਥੇ ਹੁਣ ਗੱਡੀਆਂ ਦੀ ਮੈਨੂਫੈਕਚਰਿੰਗ ਰੁਕ ਗਈ ਹੈ। ਜੇ ਹੁਣ ਉਹ ਗੱਡੀਆਂ ਦੀ ਵਰਲਡ ਓਵਰ ਮੈਨੂਫੈਕਚਰਿੰਗ ਰੁਕ ਗਈ, ਜਦੋਂ ਲੋਕ ਜਿਹੜੇ ਘਰਾਂ ਦੇ ਵਿੱਚ ਬੈਠ ਗਏ ਕਰੋਨਾ ਕਰਕੇ, ਤਾਈਵਾਨ ਨੇ ਆਪਣੀ ਜਿਹੜੀ ਇੰਡਸਟਰੀ ਸੀ ਉਹਨੂੰ ਤਬਦੀਲ ਕਰਤਾ ਕੰਪਿਊਟਰ ਦੀਆਂ ਚਿਪਸ ਦੇ ਵਿੱਚ। ਕੰਪਿਊਟਰ ਚਿਪ ਬਣਾਉਣੀ, ਆ ਜਿਹੜੇ ਅਸੀਂ ਮੋਬਾਈਲ ਜਾਂ, ਕਿਉਂਕਿ ਹਰ ਚੀਜ਼ ਆਨਲਾਈਨ ਹੋਣੀ ਸ਼ੁਰੂ ਹੋ ਗਈ, ਉਹਨਾਂ ਨੇ ਆਪਣੀ ਇੰਡਸਟਰੀ ਨੂੰ ਟਾਈਮਲੀ ਐਕਸ਼ਨ ਲੈ ਕੇ ਚੇਂਜ ਕਰ। ਉਹਦੇ ਨਾਲ ਹੋਇਆ ਕਿ ਜਦੋਂ ਇਕੋਨਮੀਜ਼ ਖੁੱਲੀਆਂ ਕਰੋਨਾ ਤੋਂ ਬਾਅਦ, ਹੁਣ ਦੇਰ ਇਜ਼ ਅ ਪ੍ਰੋਡਕਟ ਸ਼ਾਰਟੇਜ, ਕਿਉਂਕਿ ਜਦ ਤੱਕ ਉਹ ਦੁਬਾਰਾ ਤੋਂ ਕਾਰ ਵਾਲੀਆਂ ਬਣਾਉਣਗੇ, ਫਿਰ ਵਰਲਡ ਓਵਰ ਭੇਜਣਗੇ, ਤਦ ਤੱਕ ਟਾਈਮ ਲੱਗੇਗਾ। ਤਾਂ ਅਸੀਂ ਦੇਖ ਰਹੇ ਹਾਂ ਵੀ ਮੋਟਰ ਵਹੀਕਲ ਇੰਡਸਟਰੀ ਜਿਹੜੀ ਹੈ ਸਾਰੀ ਦੀ ਸਾਰੀ ਰੇਟ ਵਧੇ ਹੋਏ। ਤੁਸੀਂ ਕਾਰਾਂ ਦੇਖੋ, ਮਾਰੂਤੀ ਨੇ 3-4 ਦਿਨ ਪਹਿਲਾਂ ਰੇਟ ਵਧਾਏ ਨੇ, ਔਰ ਇਸ ਤੋਂ ਪਹਿਲਾਂ ਵੀ ਵਧਾ ਚੁੱਕੀ ਹੈ। ਇੱਕ ਕਾਰਨ। ਦੂਸਰਾ, ਇਸ ਤੋਂ ਬਾਅਦ ਜਦੋਂ ਨਿਕਲਦੇ ਹਾਂ ਤਾਂ ਦੂਸਰਾ ਕਾਰਨ ਆਉਂਦਾ ਰਸ਼ੀਆ ਯੂਕਰੇਨ ਦੀ ਵਾਰ, ਕਿਉਂਕਿ ਅਸੀਂ ਨੈਟ ਇੰਪੋਰਟਰ ਹਾਂ। ਪੈਟਰੋਲ ਡੀਜ਼ਲ ਉਹਦੇ ਰੇਟ ਵੱਧ ਰਹੇ हैं। $100 ਪ੍ਰਤੀ ਬੈਰਲ ਅਗਰ ਰੇਟ ਹੋਇਆ ਪੈਟਰੋਲ ਡੀਜ਼ਲ ਦਾ, ਕਰੂਡ ਦਾ, ਉਹਦਾ ਇੰਪੈਕਟ ਸਾਡੇ ਤੇ ਆ ਰਿਹਾ। ਅਸੀਂ ਰੇਟ ਵਧਾ ਰਹੇ। ਮੋਦੀ ਸਾਹਿਬ ਨੇ ਕੋਈ ਕਸਰ ਨਹੀਂ ਛੱਡੀ ਹੈਗੀ, ਸਟੇਟਸ ਨੇ ਕੋਈ ਕਸਰ ਨਹੀਂ ਛੱਡੀ ਹੈਗੀ। ਉਸ ਤੋਂ ਬਾਅਦ ਦੂਸਰਾ ਜਿਹੜਾ ਇੰਪੈਕਟ ਆ ਰਿਹਾ ਤਾਂ ਪੈਟਰੋਲ ਡੀਜ਼ਲ ਤੋਂ ਇਲਾਵਾ ਜਿਹੜੀਆਂ ਬਾਕੀ ਚੀਜ਼ਾਂ ਨੇ, ਜਿੱਦਾਂ ਅਸੀਂ ਦੇਖੀਏ ਕੋਲ ਜਿਹੜਾ ਹੈ ਨਹੀਂ ਪਹੁੰਚ ਰਿਹਾ। ਕੋਲਾ ਨਹੀਂ ਆਏਗਾ ਤਾਂ ਸਟੀਲ ਦੀ ਇੰਡਸਟਰੀ ਇਫੈਕਟ ਹੋਏਗੀ, ਤਾਂ ਆਟੋਮੋਬਾਈਲ ਇੰਪੈਕਟ ਹੋ ਰਿਹਾ, ਰੀਅਲ ਏਸਟੇਟ ਇੰਪੈਕਟ ਹੋ ਰਿਹਾ। ਆਟੋਮੋਬਾਈਲ ਪਹਿਲਾਂ ਚਿਪ ਕਰਕੇ ਇੰਪੈਕਟ ਹੋਇਆ, ਹੁਣ ਸਟੀਲ ਕਰਕੇ ਇੰਪੈਕਟ ਹੋਇਆ, ਰਾਈਟ। ਉਸ ਤੋਂ ਬਾਅਦ ਜਿਹੜੀਆਂ ਐਡੀਬਲ ਆਇਲਸ, ਸਾਡੇ ਕੋਲ ਜਿਹੜਾ ਸੂਰਜਮੁਖੀ ਦਾ ਤੇਲ ਹੈ, ਉਹ ਸਾਰਾ ਅਸੀਂ ਯੂਕਰੇਨ ਔਰ ਉੱਧਰੋਂ ਇੰਪੋਰਟ ਕਰਦੇ ਸਾਂ। ਉੱਧਰੋਂ ਆਉਣਾ ਬੰਦ ਹੋ ਗਿਆ ਜੀ। ਹੁਣ ਉੱਧਰੋਂ ਦੀ ਲੜਾਈ ਪ੍ਰੋਡਕਟ ਦੀ ਸ਼ਾਰਟੇਜ ਹੈ। ਔਰ ਸਾਡੀ ਬਦਕਿਸਮਤੀ ਹੈ ਕਿ ਅਸੀਂ ਜਿਹੜਾ ਸਾਡੇ ਆਪਣੇ ਖੋਪੇ ਦਾ ਤੇਲ ਹੈ, ਅਸੀਂ ਕੋਕੋਨਟ ਆਇਲ ਨੂੰ ਪ੍ਰਮੋਟ ਨਹੀਂ ਕਰ ਸਕੇ। ਅਦਰਵਾਈਜ਼ ਇਟ ਸ਼ੁੱਡ ਹੈਵ ਰਿਪਲੇਸ ਦੈਟ ਸਨਫਲਾਵਰ ਆਇਲ ਜੀ। ਇਹ ਇੰਪੈਕਟ ਜਿਹੜਾ ਹੈ ਇਹ ਹੈ। ਤਾਂ ਚਾਰੋਂ ਚੁਫੇਰੇ ਹਰ ਪਾਸਿਓਂ ਸਾਨੂੰ ਤਾਂ ਮਹਿੰਗਾਈ ਗ੍ਰਿਪ ਕਰ ਰਹੀ ਹੈ, ਤੇ ਆਉਣ ਵਾਲੇ ਟਾਈਮ ਦੇ ਵਿੱਚ GST ਦੀ ਕਿਤੇ ਜਿਹੜੀ ਇਨਕਮਸ ਨੇ ਉਹ ਉੱਥੇ ਸਟਕ ਨੇ, ਉਹ ਵੱਧ ਨਹੀਂ ਰਹੀਆਂ, ਪਰ ਖਰਚੇ ਵੱਧ ਰਹੇ ਨੇ। ਬਿਲਕੁਲ ਠੀਕ ਹੈ ਜੀ, ਠੀਕ ਹੈ ਨਾ। ਸੋ ਇਹ ਵੀ ਇਨਫਲੇਸ਼ਨ ਦੇ ਨਾਲ ਕਿਤੇ ਨਾ ਕਿਤੇ ਲੋਕੀ ਦਾ ਇਫੈਕਟ ਹੋ ਹੀ ਰਹੇ ਨੇ। ਇਹਦਾ ਮਤਲਬ ਪਰ ਕਿੰਨੇ ਕੁ % ਹੋਰ ਅੱਗੇ ਵਧਣ ਤੱਕ ਦੇ ਆਸਾਰ ਨੇ? ਕਿਹੜੀ ਅਜਿਹੀ ਗਤੀਵਿਧੀ ਹੈ ਜੇਕਰ ਉਹ ਅਜਿਹੀ ਚੱਲਦੀ ਰਹੀ ਤੇ ਪੰਜਾਬ ਦੇ ਇਨਫਲੇਸ਼ਨ ਜ਼ਿਆਦਾ ਵੱਧ ਸਕਦੀ ਹੈ? ਪੰਜਾਬ ਦੇ ਲਈ ਪ੍ਰੋਬਲਮ ਹੋਰ ਜ਼ਿਆਦਾ ਹੋ ਸਕਦੀ ਹੈ। ਪਹਿਲੀ ਚੀਜ਼ ਤਾਂ ਹੈ ਵੀ ਜਿੱਦਾਂ ਆਪਾਂ ਗੱਲ ਕੀਤੀ ਹੈ ਵੀ GST ਜਿਹੜੀ ਹੈ, ਅਗਰ ਇਹਦੀਆਂ ਦਰਾਂ ਚੇਂਜ ਹੋ ਜਾਂਦੀ ਹੈ, ਸਲੈਬ ਚੇਂਜ ਹੋ ਜਾਂਦੀ, 5 ਤੋਂ 8 ਹੋ ਜਾਂਦੀ ਹੈ, ਤਾਂ ਇੱਕ ਇਨਫਲੇਸ਼ਨ ਜਿਹੜੀ ਹੈ ਵਧੇਗੀ ਪੰਜਾਬ ਵਾਸਤੇ ਵੀ, ਬਾਕੀ ਸਟੇਟਸ। ਦੂਜੀ ਜਿਹੜੀ ਗੱਲ ਹੈ ਵੀ ਪੰਜਾਬ ਵਰਗੀ ਸਟੇਟ, ਜਦੋਂ ਅਸੀਂ ਪੰਜਾਬ ਸਪੈਸੀਫਿਕ ਗੱਲ ਕਰਦੇ ਤਾਂ ਪੰਜਾਬ ਨੂੰ ਕਰਜ਼ੇ ਲੈਣੇ ਪੈਣਗੇ। ਜਦੋਂ ਪੰਜਾਬ ਸਟੇਟ ਹੁਣ ਕਰਜ਼ੇ ਲੈਣ ਜਾਏਗੀ, ਖਾਸ ਕਰਕੇ ਫਰੀਬੀਜ਼ ਵਾਲਾ ਜਿਹੜਾ ਕੰਮ ਹੈ, ਜਦੋਂ ਅਸੀਂ ਕਰਜ਼ਾ ਲੈਣ ਜਾਵਾਂਗੇ, ਜਦੋਂ ਸਾਡੀ ਐਡੀ ਫ੍ਰੈਜਾਈਲ ਇਕਨੋਮਿਕ ਕੰਡੀਸ਼ਨ, ਜਦੋਂ ਸਾਡੀ ਫਾਈਨੈਂਸ਼ੀਅਲ ਕੰਡੀਸ਼ਨ ਜਿਹੜੀ ਹੈ ਉਹ ਨਹੀਂ ਸਪੋਰਟ ਕਰ ਰਹੀ। ਪੰਜਾਬ ਦੇ ਵਿੱਚ ਆਲਰੇਡੀ ਕਰਜ਼ਾ, ਜਿਹੜੇ ਬੰਦੇ ਕੋਲ ਪਹਿਲਾਂ ਤੋਂ ਕਰਜ਼ਾ ਜ਼ਿਆਦਾ ਹੁੰਦਾ, ਜਿਹਦਾ ਪਤਾ ਵੀ ਇਹਦੇ ਕੋਲੋਂ ਕਰਜ਼ਾ ਨਹੀਂ ਮੁੜਨਾ, ਉਹਨੂੰ ਜਿਹੜਾ ਉਹ ਮਿਲਦਾ ਵੀ ਹੈ ਅੱਗੇ ਗਾਂਹ ਕਰਜ਼ਾ ਮਿਲਣਾ, ਉਹ ਵੱਧ ਵਿਆਜ ਤੇ ਮਿਲਣਾ।
ਐਂਡ ਜੇ ਵੱਧ ਵਿਆਜ ਤੇ ਮਿਲਦਾ 7% ਦਾ ਤਾਂ ਸਾਨੂੰ ਨਜ਼ਰ ਆ ਰਿਹਾ ਇਸ ਵੇਲੇ, ਜੀ। ਜੇ 7 ਤੋਂ ਉੱਪਰ ਚਲਾ ਜਾਂਦਾ ਤਾਂ ਪੰਜਾਬ ਨੂੰ ਪੇਮੈਂਟ ਉਨੀਆਂ ਹੀ ਕੋਸਟਲੀ ਦਰਾਂ ਤੇ ਕਰਨੀਆਂ ਪੈਣਗੀਆਂ। ਅਗਰ ਪੰਜਾਬ ਨੂੰ ਕੋਸਟਲੀ ਕਰਨੀਆਂ ਪੈਣਗੀਆਂ ਤਾਂ ਪੰਜਾਬ ਜਿਹੜਾ ਸ਼ਰਾਬ ਦੇ ਉੱਤੇ, ਪੰਜਾਬ ਗੱਡੀਆਂ ਦੇ ਉੱਤੇ, ਪੰਜਾਬ ਲੈਂਡ ਦੇ ਉੱਤੇ, ਪੰਜਾਬ ਪੈਟਰੋਲ ਡੀਜ਼ਲ ਤੇ, ਇਹਨਾਂ ਤੇ ਹੋਰ ਮਹਿੰਗਾਈ ਕਰ ਸਕਦਾ। ਬਿਲਕੁਲ ਠੀਕ ਹੈ। ਕਿਵੇਂ ਲੱਗ ਰਿਹਾ ਜੀ ਪੰਜਾਬ ਦੇ ਵਿੱਚ ਲਗਭਗ ਜਿਹੜੀਆਂ ਵੀ ਸਰਕਾਰਾਂ ਨੇ ਫ੍ਰੀ ਬੀਸ ਲੈ ਕੇ ਆਉਂਦੀਆਂ ਨੇ, ਵੀ ਲੋਕਾਂ ਨੂੰ ਲਾਲਚ ਦਿੱਤੇ ਜਾਂਦੇ ਨੇ, ਲਾਲਚ ਵੀ ਕਹਿ ਰਹੀਏ ਜਾਂ ਅਸੀਂ ਇਹਨੂੰ ਇਹ ਕਹਿ ਸਕਦੇ ਹਾਂ ਵੀ ਇੱਕ ਸਰਵਿਸ ਦੇ ਰਹੇ ਹਾਂ, ਜਾਂ ਇਹ ਵੀ ਕਹਿ ਸਕਦੇ ਹਾਂ ਵੀ ਲੋਕਾਂ ਨੂੰ ਸਹੂਲਤ ਮਿਲ ਰਹੀ ਹੈ ਜਿਹਨੂੰ ਅਸੀਂ ਫ੍ਰੀ ਬੀਸ ਕਹਿ ਦਿੰਦੇ ਹਾਂ, ਵੀ ਫ੍ਰੀ ਬਿਜਲੀ ਮਿਲੇਗੀ, ਫ੍ਰੀ ਪੜ੍ਹਾਈ ਤੱਕ ਦੀ ਗੱਲ ਹੁੰਦੀ ਹੈ, ਫ੍ਰੀ ਹੈਲਥ ਤੱਕ ਦੀ ਗੱਲ ਹੁੰਦੀ ਹੈ। ਕੀ ਲੋਕਾਂ ਨੂੰ ਕੁਝ ਫ੍ਰੀ ਮਿਲੇਗਾ ਵੀ? ਕੀ ਲੋਕਾਂ ਨੂੰ ਫ੍ਰੀ ਮਿਲ ਸਕਦਾ ਹੈ ਕਿ ਜੋ ਕੁਝ ਫ੍ਰੀ ਮਿਲ ਰਿਹਾ ਉਹ ਲੋਕਾਂ ਦੀ ਜੇਬ 'ਚੋਂ ਹੀ ਜਾਂਦਾ ਹੈ? ਇਹ ਜਿਹੜਾ ਤੁਹਾਡਾ ਬਾਅਦ ਵਾਲਾ ਫਿਕਰ ਹੈ ਨਾ, ਵੀ ਜਿਹੜਾ ਲੋਕਾਂ ਨੂੰ ਜੇਬਾਂ 'ਚੋਂ ਹੀ ਜਾਂਦਾ, ਉਹ ਠੀਕ ਹੈ। ਜਿਹੜਾ ਫ੍ਰੀ ਬੀਜ਼ ਹੈ, ਫ੍ਰੀ ਬੀਜ਼ ਆਖਿਰ ਸਰਕਾਰ ਘਰੋਂ ਦੀ ਤਾਂ ਦੇਗੀ ਨਹੀਂ, ਕੋਈ ਵੀ ਗਵਰਨਮੈਂਟ ਹੋਵੇ ਉਹ ਘਰੋਂ ਦੀ ਨਹੀਂ ਦੇਗੀ ਫ੍ਰੀ। ਉਹਨਾਂ ਨੇ ਸਟੇਟਸ ਇਸ ਗੱਲੋਂ ਬਹੁਤ ਸਿਆਣੀਆਂ ਨੇ, ਉਹਨਾਂ ਨੂੰ ਪਤਾ ਵੀ ਜੇ ਇੱਕ ਹੱਥ ਦੇਣਾ ਹੈ ਉਹਨਾਂ ਨੇ, ਜੇ 1000 ਰੁਪਈਆ ਉਹਨਾਂ ਨੇ ਪ੍ਰੋਮਿਸ ਕੀਤਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਅਸੀਂ 1000 ਰੁਪਇਆ ਗ੍ਰਹਿਣੀਆਂ ਨੂੰ ਦੇਵਾਂਗੇ ਜੀ, ਜਾਂ ਅਸੀਂ ਬਿਜਲੀ ਜਿਹੜੀ ਹੈ ਇੰਨੇ ਯੂਨਿਟ ਫ੍ਰੀ ਦੇਵਾਂਗੇ, ਜਾਂ ਪੈਨਸ਼ਨ ਜਿਹੜੀ ਹੈ, ਤੁਸੀਂ ਇਹ ਦੇਖੋ ਵੀ ਇਹ ਅੱਗੇ ਪੋਸਟਪੋਨ ਹੁੰਦੀਆਂ ਜਾ ਰਹੀਆਂ ਜੀ। ਇਹ 1 ਅਪ੍ਰੈਲ ਤੋਂ ਕਿਉਂ ਨਹੀਂ ਸੀ ਦਿੱਤੀਆਂ ਜਾ ਸਕਦੀਆਂ? ਨਵਾਂ ਫਾਈਨੈਂਸ਼ੀਅਲ ਈਅਰ ਸ਼ੁਰੂ ਹੋਇਆ, 1 ਜੂਨ ਜੁਲਾਈ ਤੋਂ ਹੀ ਕਿਉਂ ਜਾ ਰਿਹਾ? ਹੋ ਸਕਦਾ ਨਾਮ ਦਿੱਤਾ ਜਾਵੇ ਵੀ ਬਜਟ ਤੋਂ ਬਾਅਦ ਅਸੀਂ ਕਰਾਂਗੇ, ਕਿਉਂਕਿ ਪੰਜਾਬ ਦਾ ਬਜਟ ਅਜੇ ਆਉਣਾ ਹੈ। ਪਰ ਇਹ 1 ਅਪ੍ਰੈਲ ਤੋਂ ਵੀ ਦਿੱਤੀਆਂ ਜਾ ਸਕਦੀਆਂ ਸੀ ਕੁਝ ਜਿਹੜੀਆਂ ਸਬਸਿਡੀਜ਼। ਸਰਕਾਰਾਂ ਨੂੰ ਇਸ ਚੀਜ਼ ਦਾ ਚੰਗੇ ਤਰੀਕੇ ਦੇ ਨਾਲ ਇਲਮ ਹੈ ਕਿ ਫ੍ਰੀ ਬੀਜ਼ ਦੇ ਨਾਲ ਪੰਜਾਬ ਦੇ ਉੱਤੇ ਕਰਜ਼ਾ ਜਿਹੜਾ ਹੈ ਹੋਰ ਵਧਣ ਜਾ ਰਿਹਾ। ਇਸ ਕਰਕੇ ਜਿਹੜੀ ਸਰਕਾਰ ਹੈ ਉਹ ਇਹਨੂੰ ਜਿੰਨਾ ਪੋਸਟਪੋਨ ਕਰ ਸਕਦੀ ਹੈ, 1 ਪੋਸਟਪੋਨ ਕਰੇਗੀ, 2 ਹੋ ਸਕਦਾ ਸ਼ਾਰਟ ਟਰਮ ਚੱਲੇ ਪੋਸੀਬਿਲਿਟੀਜ਼ ਕਿ ਸਾਲ 6 ਮਹੀਨੇ ਤਾਂ ਦੇ ਦੇਣਗੇ। ਉਸ ਤੋਂ ਬਾਅਦ ਜਿੱਦਾਂ 4 ਰੁਪਈਏ ਆਟਾ 20 ਰੁਪਈਏ ਦਾਲ ਸਕੀਮ ਆਈ ਸੀਗੀ, ਉਹ ਕੁਛ ਲੈਵਲ ਦੇ ਉੱਤੇ ਉਹ ਰਿਸਟ੍ਰਿਕਟ ਹੋ ਜਾਏਗੀ, ਕੁਛ ਬੰਦਿਆਂ ਤੱਕ ਉਹ ਰਿਸਟ੍ਰਿਕਟ ਹੋ ਜਾਏਗੀ, ਕਿਸੇ ਵਿਸ਼ੇਸ਼ ਵਰਗ, ਹਾਂ ਇੱਕ ਵਿਸ਼ੇਸ਼ ਵਰਗ ਤੱਕ ਉਹ ਰਿਸਟ੍ਰਿਕਟ ਹੋ ਕੇ ਰਹਿ ਜਾਏਗੀ। ਤਾਂ ਪੋਸੀਬਿਲਿਟੀ ਤਾਂ ਇਹੀ ਹੈ ਕਿ ਜਿਸ ਤਰੀਕੇ ਦਾ ਕਰਜ਼ਾ ਪੰਜਾਬ ਦੇ ਉੱਤੇ ਹੈ, ਇਹ ਸਕੀਮ ਪੂਰੀ ਚੱਲਦੀ ਰਹੇ, ਸ਼ੱਕ ਹੈ ਵੀ ਇਹ ਪੂਰਾ 5 ਸਾਲ ਇਹ ਸਕੀਮਾਂ ਚੱਲਦੀਆਂ ਰਹਿਣ ਫ੍ਰੀ ਤੁਹਾਨੂੰ। ਕਿਉਂਕਿ ਦੇਖੋ ਨਾ, ਅਸੀਂ ਮਾਲੀਆ ਇਕੱਠਾ ਕਰਨ ਦੇ ਲਈ ਕੀ ਕਰ ਰਹੇ ਹਾਂ? ਜੇ ਆਪਾਂ ਇਹ ਵੀ ਮੰਨ ਲਈਏ ਇਹਨਾਂ ਦੀ ਮਨਸ਼ਾ ਠੀਕ ਹੈ, ਸਾਡੇ ਚੀਫ ਮਿਨਿਸਟਰ ਜਿਹੜੇ ਨੇ ਉਹ ਵਾਕਈ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਆ, ਜਾਂ ਲੋਕ ਜਿਹੜੇ ਪ੍ਰਭਾਵਿਤ ਹੋਏ ਨੇ ਪਿਛਲੇ ਦਿਨਾਂ ਦੇ ਵਿੱਚ ਜਾਂ ਪਿਛਲੀਆਂ ਸਰਕਾਰਾਂ ਤੋਂ, ਉਹਨਾਂ ਦੀ ਹੈਲਪ ਕਰਨਾ ਚਾਹੁੰਦੇ ਨੇ ਜੀ। ਪਰ ਤੁਹਾਡੇ ਕੋਲ ਹੈਲਪ ਕਰਨ ਦੇ ਲਈ ਰਿਸੋਰਸਿਸ ਕਿੱਥੇ ਨੇ ਜੀ? ਰਿਸੋਰਸਿਸ ਤੁਸੀਂ ਜਨਰੇਟ ਨਹੀਂ ਕੀਤੇ, ਔਰ ਨਾ ਹੀ ਹਜੇ ਤੱਕ ਕੋਈ ਇੱਦਾਂ ਦੀ ਅਨਾਊਂਸਮੈਂਟ ਹੋਈ ਹੈ। ਮੈਂ ਇੰਡਸਟਰੀਜ਼ ਤੋਂ ਸ਼ੁਰੂ ਕੀਤਾ ਸੀਗਾ, ਇੰਡਸਟਰੀਜ਼ ਦੇ ਲਈ ਤੁਸੀਂ ਅਜੇ ਤੱਕ ਕੋਈ ਅਨਾਊਂਸਮੈਂਟ ਨਹੀਂ ਕੀਤੀ। ਇੰਪਲੋਇਮੈਂਟ ਜਨਰੇਸ਼ਨ ਕਿੱਥੋਂ ਕਰੋਗੇ? ਸਰਵਿਸ ਸੈਕਟਰ ਜਾਂ ਐਗਰੀਕਲਚਰ ਸੈਕਟਰ ਪੰਜਾਬ ਦੇ ਲੋਕਾਂ ਨੂੰ ਇੰਪਲੋਇਮੈਂਟ ਇੱਕ ਰਿਸਟ੍ਰਿਕਟਡ ਵੇ ਤੱਕ, ਹਾਂ restricted part and restricted ਬਹੁਤ ਲਿਮਿਟਡ ਸੋਰਸ ਤੱਕ। ਐਗਰੀਕਲਚਰ ਸਾਨੂੰ ਪਤਾ ਵੀ ਪੰਜਾਬ ਦੇ ਵਿੱਚ ਬਹੁਤ ਪ੍ਰੋਬਲਮਸ ਨੇ, ਇਨਹੈਰੈਂਟ ਪ੍ਰੋਬਲਮਸ ਆਰ ਦੇਅਰ ਇਨ ਐਗਰੀਕਲਚਰ ਸੈਕਟਰ, ਤੇ ਅਸੀਂ ਐਗਰੀਕਲਚਰ ਦੇ ਉੱਤੇ ਬਹੁਤ ਜ਼ਿਆਦਾ ਰਿਲਾਈ ਨਹੀਂ ਕਰ ਸਕਦੇ। ਹੁਣ ਜਿਹੜਾ ਸਰਵਿਸ ਸੈਕਟਰ ਆ ਉਹ ਮੰਗਦਾ ਪੜ੍ਹੀ ਲਿਖੀ ਲੇਬਰ, ਉਹਦੇ 'ਚ ਕਿਉਂਕਿ ਸਰਵਿਸ ਦੇ ਵਿੱਚ ਤੁਸੀਂ ਹਸਪੀਟਲ, ਬੈਂਕਸ, ਜਿੱਥੇ ਵੀ ਜਾਓਗੇ ਉੱਥੇ ਪੜ੍ਹਿਆ ਲਿਖਿਆ ਇਨਸਾਨ। ਇੰਡਸਟਰੀ ਇੱਕ ਇੱਦਾਂ ਦਾ ਉਦਯੋਗ, ਇੱਦਾਂ ਦਾ ਇੱਕ ਖੇਤਰ ਹੈ ਜਿਹਦੇ ਵਿੱਚ ਆਮ ਲੋਕਾਂ ਨੂੰ ਇੰਪਲੋਇਮੈਂਟ ਦਿੱਤੀ ਜਾ ਸਕਦੀ ਹੈ। ਜਦੋਂ ਉਹਨਾਂ ਨੂੰ ਇੰਪਲੋਇਮੈਂਟ ਦਿਓਗੇ, ਇਨਕਮ ਦਿਓਗੇ, ਉਹਨਾਂ ਦੇ ਉੱਤੇ ਟੈਕਸ ਲੱਗੇਗਾ। ਜਿਹੜਾ ਇੰਡਸਟਰੀ ਦੇ ਵਿੱਚ ਮੈਨੂਫੈਕਚਰਿੰਗ ਹੋਏਗੀ ਉਹਦੇ ਉੱਤੇ ਟੈਕਸ ਲੱਗੇਗਾ। ਲੇਕਿਨ ਹਜੇ ਤੱਕ ਇੱਦਾਂ ਦੀ ਕੋਈ ਚੀਜ਼ ਇਹਨਾਂ ਦੀ ਪਾਲਿਸੀ ਦੇ ਵਿੱਚ, ਮਾਫ ਕਰਨਾ, ਤਿੰਨੋਂ ਹੀ ਜਿਹੜੀਆਂ ਪਾਰਟੀਜ਼ ਪ੍ਰਮੁੱਖ ਤੌਰ ਤੇ ਪੰਜਾਬ ਦੇ ਵਿੱਚ ਚੋਣਾਂ ਲੜੀਆਂ ਨੇ, ਕਿਸੇ ਨੇ ਵੀ ਆਪਣੇ ਮੈਨੀਫੈਸਟੋ ਦੇ ਵਿੱਚ ਇਹ ਨਹੀਂ ਸੀ ਕਿਹਾ ਵੀ ਅਸੀਂ ਇੰਡਸਟਰੀ ਨੂੰ ਪ੍ਰਮੋਟ ਕਰਨ ਦੇ ਲਈ ਕੀ ਕਰਾਂਗੇ। ਔਰ ਜਦ ਤੱਕ ਇੰਡਸਟਰੀ ਐਂਡ ਮੋਰ ਐਪਰੋਪ੍ਰੀਏਟਲੀ ਐਗਰੋ ਇੰਡਸਟਰੀ ਜਿਹੜੀ ਐਗਰੀਕਲਚਰ 'ਚੋਂ ਰਾ ਮਟੀਰੀਅਲ ਚੱਕਦੀ ਹੈ, ਜਦ ਤੱਕ ਤੁਸੀਂ ਉਹ ਨਹੀਂ ਲਾਓਗੇ, ਤੁਸੀਂ ਪੰਜਾਬ ਦੀਆਂ ਪ੍ਰੋਬਲਮਸ ਨੂੰ ਨਹੀਂ ਐਡਰੈਸ ਕਰ ਸਕਦੇ। ਇਹ ਠੀਕ ਹੈ ਤੁਸੀਂ ਛੋਟੇ ਮੋਟੀਆਂ ਟਾਕੀਆਂ ਲਾ ਕੇ 6 ਮਹੀਨੇ ਚਲਾ ਲਈ, 6 ਮਹੀਨੇ ਕੋਈ ਹੋਰ ਸਕੀਮ ਲੈ ਆਉਂਗੇ, 2 ਮਹੀਨੇ ਫੀਮੇਲ ਨੂੰ ਬੱਸਾਂ ਦੇ ਵਿੱਚ ਸਫ਼ਰ ਕਰਾ ਦੋਗੇ, ਸਕੂਲ ਦੇ ਬੱਚਿਆਂ ਨੂੰ ਸਾਈਕਲ ਦੇ ਦੋਗੇ, ਇਹ ਇੱਕ ਲਿਮਿਟਿਡ ਪੀਰੀਅਡ ਦੇ ਵਿੱਚ ਇਹ ਚੀਜ਼ਾਂ ਕਰ ਲਓਗੇ। ਲੇਕਿਨ ਲੌਂਗ ਪੀਰੀਅਡ ਦੇ ਲਈ ਤੁਹਾਨੂੰ ਰਿਸੋਰਸਿਸ ਜਨਰੇਟ ਕਰਨ ਦੀ ਲੋੜ ਹੈ, ਔਰ ਉਹ ਰਿਸੋਰਸਿਸ ਜਨਰੇਟ ਕਰਨ ਦੇ ਲਈ ਇੱਕ ਬਹੁਤ ਵੱਡੀ ਪਾਲਿਸੀ ਦੀ ਜ਼ਰੂਰਤ ਹੈ। ਜਿਵੇਂ ਸਿੱਧਾ ਐਗਰੋ ਬੇਸ ਇੰਡਸਟਰੀ, ਲਗਭਗ ਅਸੀਂ ਪਿਛਲੇ ਲੰਮੇ ਸਮੇਂ ਤੋਂ ਵੇਖਿਆ ਵੀ ਪੰਜਾਬ ਦੇ ਵਿੱਚ ਜਦੋਂ ਐਗਰੋ ਬੇਸ ਇੰਡਸਟਰੀ ਆਉਣ ਦੀ ਕਿਤੇ ਗੱਲ ਚੱਲਦੀ ਹੈ ਤੇ ਲਗਭਗ ਇੱਕ ਵਿਸ਼ੇਸ਼ ਵਰਗ ਉਸ ਚੀਜ਼ ਦਾ ਵਿਰੋਧ ਕਰਨ ਲੱਗ ਪੈਂਦਾ।
ਕਿ ਤੁਹਾਨੂੰ ਨਹੀਂ ਲੱਗਦਾ ਕਿ ਇਹਦੇ ਉੱਪਰ ਇੱਕ ਅਨਅਵੇਅਰਨੈਸ ਹੈ ਕਿ ਕਿਵੇਂ ਅਸੀਂ ਕਰ ਸਕਦੇ ਹਾਂ? ਕਿਉਂਕਿ ਐਗਰੋ ਬੇਸ ਇੰਡਸਟਰੀ ਜਦੋਂ ਵੀ ਆਏਗੀ ਉਹ ਕਿੱਥੇ ਖੇਤੀ ਨੂੰ ਲੈ ਕੇ ਆਏਗੀ। ਤੁਸੀਂ ਵੀ ਦੇਖਿਆ ਪਿੱਛੇ ਬਹੁਤ ਲੰਬਾ ਸੰਘਰਸ਼ ਚੱਲਿਆ ਇਸ ਚੀਜ਼ ਨੂੰ ਲੈ ਕੇ, ਕਿਉਂਕਿ ਉਹਨਾਂ ਦੇ ਵਿੱਚ ਬਿੱਲਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਕਲੌਜ਼ ਸੀਗਾ ਵੀ ਐਗਰੋ ਬੇਸਡ ਇੰਡਸਟਰੀਜ਼ ਸੂਬਿਆਂ ਦੇ ਵਿੱਚ ਲਗਾਈ ਜਾਵੇ। ਕਿਵੇਂ ਦੇਖ ਰਹੇ ਹੋ ਜੀ, ਜੇ ਐਗਰੋ ਬੇਸਡ ਇੰਡਸਟਰੀਜ਼ ਆਉਂਦੀ ਹੈ ਤਾਂ ਉਹਦੀ ਅਵੇਅਰਨੈਸ ਕਿਵੇਂ ਕੀਤੀ ਜਾਵੇ, ਉਹਨਾਂ ਦੇ ਜਿਹੜੇ ਪੋਜ਼ਿਟਿਵ ਪਾਰਟਸ ਨੇ ਉਹ ਕਿਵੇਂ ਦੱਸ ਸਕਦੇ ਆ? ਸਰਕਾਰਾਂ ਕੀ ਇਹਦੇ ਵਿੱਚ ਕੁਝ ਕਰ ਸਕਦੀਆਂ ਨੇ ਕਿ ਐਵੇਂ ਚੱਲਦਾ ਰਹੂਗਾ? ਦੇਖੋ ਜੀ, ਪਹਿਲੀ ਚੀਜ਼ ਜਿਹੜੀ ਹੈ, ਐਗਰੋ ਇੰਡਸਟਰੀਜ਼ ਨੂੰ ਜੇ ਸਰਕਾਰ ਚਲਾਉਣਾ ਚਾਹੁੰਦੀ ਹੈ ਜਾਂ ਲੋਕਾਂ ਦੇ ਵਿੱਚ ਪ੍ਰਮੋਟ ਕਰਨਾ ਚਾਹੁੰਦੀ ਹੈ, ਤਾਂ ਸਭ ਤੋਂ ਪਹਿਲਾਂ ਤਾਂ ਜਿਹੜਾ ਇੰਪਲੋਇਮੈਂਟ ਵਾਲਾ ਪੱਖ ਹੈ ਉੱਥੇ ਜਾ ਕੇ ਹਿੱਟ ਕਰੇ ਸਟ੍ਰੈਟੇਜਿਕਲੀ, ਬਈ ਇਹਦੇ ਨਾਲ ਇੰਪਲੋਇਮੈਂਟ ਜਨਰੇਟ ਹੋਏਗੀ। ਜਿਹੜਾ ਨਹੀਂ ਬੱਚਾ ਪੜ੍ਹ ਸਕਿਆ ਕਿਸੇ ਵੀ ਕਾਰਨ ਤੋਂ ਜੀ, ਉਹ ਬੱਚਾ ਇੰਪਲੋਇਮੈਂਟ ਦੇ ਵਿੱਚ ਆ ਜਾਏਗਾ, ਪਹਿਲੀ ਚੀਜ਼। ਦੂਜੀ ਚੀਜ਼, ਸਰਕਾਰ ਇਹ ਦੱਸੇ ਵੀ ਸਾਡੇ ਕੋਲ ਪੈਸਾ ਜਿਹੜਾ ਇਕੱਠਾ ਹੋਏਗਾ, ਸਰਕਾਰ ਦੇ ਕੋਲ ਟੈਕਸ ਲਾ ਕੇ ਇੰਡਸਟਰੀਜ਼ 'ਚੋਂ ਪ੍ਰੋਡਕਸ਼ਨ ਹੋਏਗੀ, ਪ੍ਰੋਡਕਸ਼ਨ ਦੇ ਨਾਲ ਅਸੀਂ ਹਜੇ ਤੱਕ ਕੰਜ਼ੰਪਸ਼ਨ ਸਟੇਟ ਬਣੀ ਜਾ ਰਹੇ ਹਾਂ, ਅਸੀਂ ਪ੍ਰੋਡਕਸ਼ਨ ਸਟੇਟ ਨਹੀਂ ਬਣ ਰਹੇ ਹਾਂ। ਸਾਨੂੰ ਇੱਕ ਪ੍ਰੋਡਿਊਸਰ ਸਟੇਟ ਬਣਨਾ ਪਏਗਾ। ਪ੍ਰੋਡਿਊਸਰ ਸਟੇਟ ਬਣਨ ਦੇ ਨਾਲ ਸਰਕਾਰ ਇਹ ਦੇਖੇ ਕਿ ਪੈਸਾ ਜਿਹੜਾ ਹੈ ਕਿੱਥੋਂ ਜਨਰੇਟ ਹੋਏਗਾ, ਉਹ ਉਸ ਚੀਜ਼ ਨੂੰ ਪ੍ਰੋਪਗੇਟ ਕਰੇ ਪ੍ਰੋਪਰਲੀ। ਤੀਸਰਾ ਜਿਹੜਾ ਚੀਜ਼ ਹੈ, ਇੱਕ ਇੰਪਲੋਇਮੈਂਟ, ਵੀ ਐਗਰੀਕਲਚਰ ਸੈਕਟਰ ਦੇ ਵਿੱਚ ਜਿਹੜੇ ਇਹਦਾ ਵਿਰੋਧ ਕਰਦੇ ਆ ਉਹਨਾਂ ਨੂੰ ਦੱਸਿਆ ਜਾਏ ਵੀ ਭਾਂਤ ਦੀਆਂ ਚੀਜ਼ਾਂ ਇਹਦੇ 'ਚ ਬਣਨਗੀਆਂ ਔਰ ਉਹਨਾਂ ਦੀ ਜਿਹੜੀ ਪ੍ਰੋਡਿਊਸ ਹੈ ਉਹ ਚੱਕੀ ਜਾਏਗੀ, ਔਰ ਸਰਕਾਰ ਅਸ਼ੋਰੈਂਸ ਦੇਵੇ ਕਿ ਅਸੀਂ ਚੱਕਾਂਗੇ। ਜੇ ਤੁਸੀਂ ਟਮਾਟਰ ਲਗਾਉਂਦੇ ਹੋ, ਜੇ ਤੁਸੀਂ ਸੇਬ ਲਾਉਂਦੇ ਹੋ, ਕੋਈ ਹੋਰ ਚੀਜ਼ਾਂ ਜਿਹੜੀਆਂ ਵੀ ਪੰਜਾਬ ਦੇ ਵਿੱਚ ਹੋ ਸਕਦੀਆਂ, ਸੂਰਜਮੁਖੀ ਪ੍ਰੋਡਿਊਸ ਕਰਦੇ ਹੋ, ਗੰਨਾ ਪ੍ਰੋਡਿਊਸ ਕਰਦੇ ਹੋ, ਤਾਂ ਸਰਕਾਰ ਐਸ਼ੋਰਡ ਉਹਨੂੰ ਕਰੇ ਕਿ ਅਸੀਂ ਇਹ ਚੱਕਾਂਗੇ ਔਰ ਇੰਡਸਟਰੀ ਸਾਡੀ ਦੇ ਵਿੱਚ ਚੱਲੇਗੀ। ਜਿਹੜੀਆਂ ਇਕਾਈਆਂ ਸਰਕਾਰ ਲਾ ਰਹੀ ਹੈ ਜਾਂ ਸਰਕਾਰ ਦੁਆਰਾ ਸਪੋਂਸਰਡ ਨੇ, ਉਹ ਇਸ ਚੀਜ਼ ਨੂੰ, ਕਿਸਾਨਾਂ ਦੀ ਪ੍ਰੋਡਕਟ ਨੂੰ ਚੱਕਣਗੀਆਂ। ਤਾਂ ਮੈਨੂੰ ਨਹੀਂ ਲੱਗਦਾ ਵੀ ਇਸ ਚੀਜ਼ ਦੇ ਵਿੱਚ ਕੋਈ ਕਿਸੇ ਤਰੀਕੇ ਦਾ ਵਿਰੋਧ ਆਉਣ ਦੀ ਉਮੀਦ। ਕੀ ਉਮੀਦ ਲੱਗਦੀ ਹੈ ਜੀ ਕਿ ਵੀ ਪੰਜਾਬ ਦੇ ਆਰਥਿਕ ਹਾਲਾਤ ਸੁਧਰ ਸਕਦੇ? ਸਰਟਨਲੀ ਪੰਜਾਬ ਦੇ ਆਰਥਿਕ ਹਾਲਾਤ ਸੁਧਰ ਸਕਦੇ हैं ਜੀ, ਜੇ ਪ੍ਰੋਪਰਲੀ, ਜੇ ਸਰਕਾਰਾਂ ਇਹਨੂੰ ਸੰਜੀਦਾ ਤਰੀਕੇ ਦੇ ਨਾਲ ਸਮਝਣ ਅਤੇ ਉੱਦਾਂ ਹੀ ਸਟੈਪਸ ਚੱਕਣ। ਅਤੇ ਇਹਦੇ ਵਿੱਚ ਆਪਾਂ ਇੱਦਾਂ ਦੇਖੀਏ ਵੀ ਲੋਕਾਂ ਦੇ ਉੱਤੇ ਟੈਕਸ ਲਾਉਣਾ ਇਹ ਕੋਈ ਆਲਟਰਨੇਟ ਨਹੀਂ ਹੈ ਜੀ। ਸਰਕਾਰ ਨੂੰ ਇੱਦਾਂ ਦੀਆਂ ਪੋਲਿਸੀਜ਼ ਬਣਾਉਣੀਆਂ ਪੈਣਗੀਆਂ ਜਿਨ੍ਹਾਂ ਦੇ ਨਾਲ ਹੈਲਪ ਹੋ ਸਕਦੀ ਹੈ। ਮੈਂ ਇੱਕ ਦੋ ਪੁਆਇੰਟਸ ਆਪ ਲਿਖ ਰਿਹਾ ਸਾਂ ਕਿ ਕਿਸ ਤਰੀਕੇ ਦੇ ਨਾਲ, ਖਾਸ ਕਰਕੇ ਜਿੱਦਾਂ ਦਾ ਹੁਣ ਸਾਡੇ ਸਾਹਮਣੇ ਸਿਨੈਰੀਓ ਨਿਕਲ ਕੇ ਆ ਰਿਹਾ ਵੀ ਕੀ ਕਰ ਸਕਦੀਆਂ ਅਸੀਂ, ਜਿੱਦਾਂ ਦੇ ਚੈਲੰਜਸ ਸਾਡੇ ਸਾਹਮਣੇ ਨਿਕਲ ਕੇ ਆ ਰਹੇ, ਜੋ ਜਿੱਦਾਂ ਆਪਾਂ ਗੱਲ ਕੀਤੀ ਹੈ ਪਿਛਲੇ 15-20 ਅੱਧੇ ਘੰਟੇ ਦੇ ਵਿੱਚ, ਅਸੀਂ ਜਿਹੜੀ ਗੱਲ ਕੀਤੀ ਹੈ ਕਿ GST ਦਾ ਇੱਕ ਬਹੁਤ ਵੱਡਾ ਚੈਲੰਜ ਆ ਰਿਹਾ, ਹਾਊ ਦ ਗਵਰਨਮੈਂਟ ਸ਼ੁੱਡ ਐਡਰੈਸ ਇਟ। ਇਹਦੇ 'ਚ ਪੰਜਾਬ ਸਰਕਾਰ ਵੀ ਪ੍ਰੈਸ਼ਰ ਪਾ ਸਕਦੀ ਹੈ, ਐਂਡ ਨਾਲ ਆਪਣੇ ਨਾਨ BJP ਸਟੇਟਸ ਨੂੰ ਲੈ ਕੇ GST ਕਾਊਂਸਲ ਦੇ ਵਿੱਚ ਜੇ ਇਹ ਕਿਹਾ ਜਾਵੇ ਵੀ ਕਿਸੇ ਤਰੀਕੇ ਦੀ ਅਟੋਨਮੀ ਮਿਲੇ ਸਰਕਾਰਾਂ ਨੂੰ ਜੀ। ਜਸਟ ਲਾਈਕ ਜਿੱਦਾਂ ਅਸੀਂ ਕੈਨੇਡਾ ਦਾ ਜਦੋਂ GST ਸਟਰਕਚਰ ਪੜ੍ਹਦੇ ਹਾਂ, ਉੱਥੇ 12 ਸੂਬੇ ਨੇ, ਉਹਨਾਂ ਦੇ ਪ੍ਰੋਵਿੰਸਿਸ ਨੂੰ 5% ਦੀ GST ਹੈ। ਉਸ ਤੋਂ ਬਾਅਦ ਉਹਨਾਂ ਨੇ ਸੂਬਿਆਂ ਨੂੰ ਕੁਛ ਨਾ ਕੁਛ ਹੈਲਪ ਦਿੱਤੀ ਹੈ, 9 to 9.975% ਦੀ ਇੱਕ ਉਹਨਾਂ ਨੇ ਉਹਨੂੰ ਕਹਿੰਦੇ ਪ੍ਰੋਵਿੰਸ਼ੀਅਲ ਸੇਲ ਟੈਕਸ, ਪ੍ਰੋਵਿੰਸ਼ੀਅਲ ਸੇਲ ਟੈਕਸ PST। ਇੱਕ HST ਹੈ ਉਹਨਾਂ ਦਾ, ਹਾਰਮੋਨਾਈਜ਼ ਸੇਲਸ ਟੈਕਸ ਹੈ, ਇੱਕ PST ਹੈ। ਤਾਂ ਅਸੀਂ ਵੀ ਉਸ ਤਰੀਕੇ ਦਾ ਜਿਹੜਾ ਟੈਕਸ ਸਟਰਕਚਰ ਹੈ ਉਹ ਲੈ ਕੇ ਆਈਏ ਜਿੱਥੇ ਸਟੇਟਸ ਨੂੰ ਥੋੜ੍ਹੀ ਤਾਂ ਫਰੀਡਮ ਦਈਏ। ਹੁਣ ਕੀ ਹੈ ਕਿ ਸਟੇਟਸ ਨੂੰ ਕੋਈ ਫਰੀਡਮ ਨਹੀਂ ਹੈ। ਇਸ ਵੇਲੇ ਤੇ ਸਟਾਰਟ ਕਰਤਾ ਗਿਆ ਨਾ ਕਿ ਵਨ ਨੇਸ਼ਨ ਵਨ ਟੈਕਸ, ਉਹਦੇ ਅੱਗੇ ਨਾ ਗਿਆ ਵਨ, ਜਿਹੜੇ ਮਰਜ਼ੀ ਸੂਬੇ ਜਿੱਥੇ ਮਰਜ਼ੀ ਚੱਲ ਜਾਓ, ਉਸ ਲਿਮਿਟਿਡ ਪ੍ਰੋਡਕਟ ਦੇ ਉੱਤੇ ਉਹਦੇ ਡੈਫੀਨੇਟ ਹੈ ਉੱਤੇ GST ਜਿਹੜਾ ਸਲੈਬ ਹੈ ਉੱਤੇ ਠੀਕ ਹੈ ਜੀ। ਦੂਜਾ ਜਿਹੜਾ ਪੁਆਇੰਟ ਹੈ, ਕੇਰਲਾ ਦੇ ਜਿਹੜੇ ਫਾਈਨਾਂਸ ਮਿਨਿਸਟਰ ਨੇ ਉਹਨਾਂ ਨੇ ਇੱਕ ਪੁਆਇੰਟ ਇਹ ਚੱਕਿਆ ਸੀਗਾ ਕਿ ਬਹੁਤ ਸਾਰੀਆਂ ਚੀਜ਼ਾਂ 'ਤੇ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਨੇ ਦੇਖਿਆ ਕਿ ਇਹਨਾਂ 'ਤੇ ਟੈਕਸ ਜ਼ਿਆਦਾ ਲੱਗਦਾ ਵੀ ਕਿਉਂ ਨਾ ਇਸ ਟੈਕਸ ਨੂੰ ਘਟਾਇਆ ਜਾਵੇ ਜੀ। ਔਰ ਉਹਨਾਂ ਨੇ ਉਹਨਾਂ ਨੂੰ 18 ਤੋਂ 12 ਜਾਂ 12 ਵਾਲਿਆਂ ਨੂੰ 5% ਦੇ ਉੱਤੇ ਘਟਾ ਦਿੱਤਾ ਜੀ। ਲੇਕਿਨ ਇਹ ਜਿਹੜਾ ਟੈਕਸ ਘਟਿਆ, ਇਹਦਾ ਲੋਕਾਂ ਤੱਕ ਫਾਇਦਾ ਕੰਪਨੀਆਂ ਨੇ ਨਹੀਂ ਪਹੁੰਚਾਇਆ। ਉਹਨਾਂ ਨੇ 25 ਇੱਦਾਂ ਦੀਆਂ ਕੋਮੋਡਿਟੀਜ਼ ਆਈਡੈਂਟੀਫਾਈ ਕੀਤੀਆਂ ਨੇ ਜਿੱਥੇ ਸੈਂਟਰ ਗਵਰਨਮੈਂਟ ਜਾਂ ਸਟੇਟ ਗਵਰਨਮੈਂਟ ਨੇ ਤਾਂ GST ਘਟਾ ਦਿੱਤਾ, ਪਰ ਲੋਕਾਂ ਤੱਕ ਕੰਪਨੀਆਂ ਨੇ ਉਹਦਾ ਫਾਇਦਾ ਨਹੀਂ ਪਹੁੰਚਾਇਆ। ਤਾਂ ਇੱਦਾਂ ਦੀਆਂ ਹੋਰ ਐਕਸਰਸਾਈਜ਼ ਕਰਕੇ ਇੱਦਾਂ ਦੇ ਕੇਸਿਸ ਲੱਭੇ ਜਾਣ ਜਿੱਥੇ ਲੋਕਾਂ ਤੱਕ ਫਾਇਦਾ ਨਹੀਂ ਪਹੁੰਚਿਆ GST ਦਾ। ਐਡੀ ਮਹਿੰਗਾਈ ਦੇ ਵਿੱਚ ਜੇ ਲੋਕਾਂ ਨੂੰ ਕਿਸੇ ਚੀਜ਼ ਦਾ ਰੇਟ ਘੱਟ ਮਿਲੇਗਾ ਤਾਂ ਉਹ ਹੈਲਪ ਕਰੇਗੀ ਚੀਜ਼। ਸਿਰਫ ਅਸੀਂ ਇਨਇਕੁਐਲਿਟੀ ਜਿਹੜੀ ਹੈ ਉਹ
ਕਿਤੇ ਨਾ ਕਿਤੇ ਇੰਡਸਟਰੀਲਿਸਟ ਜਾਂ ਕੋਈ ਵੱਡੇ ਉਦਯੋਗਪਤੀ ਜਿਹੜੇ ਆ ਇਨਇਕੁਐਲਿਟੀ ਜਾਂ ਲੋਕ ਜਿਹੜੇ ਆਮ ਛੋਟੇ ਲੋਕ ਆ, ਇਹਨਾਂ ਦੀ ਜਿਹੜੀ ਇਨਇਕੁਐਲਿਟੀ ਆ ਉਹ ਪਾੜਾ ਘਟੇਗਾ ਜੀ। ਤੀਸਰੀ ਚੀਜ਼ ਜਿਹੜੀ ਮੈਨੂੰ ਲੱਗਦੀ ਹੈ ਵੀ ਕੰਪਨਸੇਸ਼ਨ ਜੇ ਕਿਤੇ ਇਸ ਤਰੀਕੇ ਤੇ ਰਜ਼ਾਮੰਦੀ ਬਣ ਜਾਵੇ ਸੈਂਟਰ ਦੀ ਔਰ ਸਟੇਟਸ ਦੀ ਕਿ 2 ਸਾਲ ਲਈ ਹੋਰ ਵਧਾ ਦੇਣ, ਭਾਵੇਂ 14% ਤੇ ਨਾ ਵਧਾਉਣ, ਇਟ ਕੈਨ ਬੀ ਬ੍ਰੌਟ ਡਾਊਨ ਟੂ 8% ਔਰ 9%, 7, 8, 9%, ਜੋ ਵੀ ਮੁਆਵਜ਼ੇ ਦੀ ਦਰ ਦੇਣੀ ਹੈ, ਕਿਉਂਕਿ 2 ਸਾਲ ਤਾਂ ਸਾਡੇ ਸਾਹਮਣੇ ਵੀ ਸਟੇਟਸ ਦੇ ਖਰਾਬ ਹੋਏ ਨੇ, ਫॉर दैट ਮੈਟਰ ਈਵਨ ਨੇਸ਼ਨ ਦੇ ਖਰਾਬ ਹੋਏ ਨੇ, ਤਾਂ ਉਹ ਕਿਤੇ ਨਾ ਕਿਤੇ ਕੰਪਨਸੇਟ ਹੋ ਸਕਦੇ ਨੇ। ਕਿਤੇ ਨਾ ਕਿਤੇ ਇਹ ਹੈ ਨਾ ਵੀ ਜਿਹੜੀ ਇਨਫਲੇਸ਼ਨ ਹੈ ਉਹ 2 ਸਾਲ ਕਰਕੇ ਵੀ ਪੂਰੀ ਵਰਲਡ ਇਕਨੋਮੀ ਦੇ ਵਿੱਚ ਰਾਈਜ਼ ਤਾਂ ਹੋਈ ਹੈ, ਇਹ ਤਾਂ ਬੜਾ ਕਲੀਅਰ ਹੈ। ਸੋ ਬਹੁਤ ਬਹੁਤ ਧੰਨਵਾਦ ਜੀ। ਸੋ ਤੁਸੀਂ ਵੇਖ ਰਹੇ ਸੀ ਸਾਡੇ ਨਾਲ ਸਾਡੇ ਬਹੁਤ ਹੀ ਸਪੈਸ਼ਲ ਗੈਸਟ ਡਾਕਟਰ ਰਾਜੀਵ ਖੋਸਲਾ ਜੀ, ਇਕਨੋਮਿਸਟ ਜੁੜੇ ਸੀ, ਜਿਨ੍ਹਾਂ ਨੇ ਬਹੁਤ ਡਿਟੇਲਸ ਦੇ ਨਾਲ ਦੱਸਿਆ ਕਿ ਪੰਜਾਬ ਦੇ ਆਰਥਿਕ ਹਾਲਾਤ ਕੀ ਹੋਣ ਵਾਲੇ ਨੇ, ਉਹਨਾਂ ਦੇ ਸੋਲਿਊਸ਼ਨਸ ਕੀ ਨੇ। ਸੋ ਦਿਨ ਭਰ ਦੀਆਂ ਖਾਸ ਖਬਰਾਂ ਦੇ ਲਈ ਅਤੇ ਅਜਿਹੀਆਂ ਜਾਣਕਾਰੀਆਂ ਲਈ ਜੁੜੇ ਰਹੋ ਪੰਜਾਬ ਟੁਡੇ ਦੇ ਨਾਲ।